VDD15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 622 0660 5196220660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501 ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ, ਕਹਿੰਦੇ ਹੁੰਦੇ ਨਾ ਵੀ ਜਦੋਂ ਘਰੇ ਧੀ ਜਵਾਈ ਆ ਜਾਏ ਤੇ ਫੁੱਫੜਾਂ ਦਾ ਮੰਜਾ ਜਿਹੜਾ ਉਹ ਤੂੜੀ ਵਾਲੇ ਅੰਦਰ। ਕੀ ਲੱਗਦਾ ਤੁਹਾਨੂੰ ਵੀ ਜਿਹੜੀ ਕੈਰੋਂ ਸਾਹਿਬ ਨਾਲ ਕੀਤੀ ਉਹ ਫੁੱਫੜਾਂ ਵਾਲੀ ਹੋ ਗਈ ਕਿ ਫੁੱਫੜ ਵੀ ਦਿਖਾਊਗਾ ਮੁੱਛ ਦਾ? ਤਾਂ ਨਹੀਂ, ਦੇਖੋ ਕੈਰੋਂ ਸਾਹਿਬ ਦੀ ਜੇ ਗੱਲ ਕਰੀਏ ਆਪਾਂ ਤਾਂ ਕੈਰੋਂ ਸਾਹਿਬ ਸਧਾਰਨ ਵਿਅਕਤੀ ਨਹੀਂ, ਸਧਾਰਨ ਫੁੱਫੜ ਨਹੀਂ ਹੈ ਉਹ ਜੀ। ਉਹਦੇ ਕੋਲ ਵੀ ਇੱਕ ਵਿਰਾਸਤ ਹੈ।
ਤੇ ਵਿਰਾਸਤ ਜਿਹੜੀ ਉਹਦੇ ਕੋਲੇ ਆ ਉਹ ਵਿਰਾਸਤ ਬੜੀ ਅਮੀਰ ਹੈ। ਉਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਪੁੱਤਰ ਹੈ ਜੀ। ਪ੍ਰਤਾਪ ਸਿੰਘ ਕੈਰੋਂ ਨੇ ਆਪਣਾ ਜਿਹੜਾ ਜੀਵਨ ਹੈ ਸਿਆਸੀ ਜੀਵਨ ਦੀ ਸ਼ੁਰੂਆਤ ਅਕਾਲੀ ਦਲ ਦੇ ਵਿੱਚੋਂ ਕੀਤੀ ਸੀ ਜੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੂੰ ਵਿਦੇਸ਼ ਦੇ ਵਿੱਚ ਪੜ੍ਹਨ ਭੇਜਿਆ ਸੀ ਤੇ ਉਹ ਵਿਦੇਸ਼ ਤੋਂ ਪੜ੍ਹ ਕੇ ਆਏ ਸੀ। ਬਾਅਦ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਹੋਣੀ ਚਲੇ ਗਏ ਸੀ ਕਾਂਗਰਸ ਪਾਰਟੀ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਵਿੱਚ ਜਾ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਵਿੱਚ ਸਫਲ ਹੋਏ। ਤੇ ਜੇ ਅੱਜ ਤੱਕ ਆਪਾਂ ਪੰਜਾਬ ਦਾ ਕਿਸੇ ਨੂੰ ਨਾਮਵਰ ਮੁੱਖ ਮੰਤਰੀ ਕਹਿ ਸਕਦੇ ਹਾਂ ਜੀ, ਉਹ ਮੁੱਖ ਮੰਤਰੀ ਜੀ ਦੇ ਕੋਲੇ ਵਿਜ਼ਨ ਸੀ। ਉਹ ਮੁੱਖ ਮੰਤਰੀ ਜੀ ਨੇ ਪੰਜਾਬ ਦਾ ਕੁਛ ਕਰ ਦਿਖਾਇਆ ਹੈ ਜੀ। ਉਹ ਪ੍ਰਤਾਪ ਸਿੰਘ ਕੈਰੋਂ ਹੈ। ਤੁਸੀਂ ਟਾਈਮ ਯਾਦ ਕਰੋ ਜਦੋਂ ਪੰਜਾਬ ਵੰਡ ਤੋਂ ਬਾਅਦ ਜੀ ਪੰਜਾਬ ਦੀ ਰਾਜਧਾਨੀ ਕਿੱਥੇ ਬਣਾਈ ਜਾਵੇ ਇਹਦਾ ਫੈਸਲਾ ਤਾਂ ਭਾਵੇਂ ਪਹਿਲਾਂ ਹੀ ਹੋ ਗਿਆ ਸੀ। ਜੀ ਜੀ। ਚੰਡੀਗੜ੍ਹ ਨੂੰ ਰਾਜਧਾਨੀ ਬਣਾਉਣ ਦਾ ਸਵਾਲ ਆਇਆ ਸੀ ਤੇ ਉਦੋਂ ਰਾਜਧਾਨੀ ਹੁੰਦੀ ਸੀ ਸ਼ਿਮਲੇ। ਔਰ ਸ਼ਿਮਲੇ ਤੋਂ ਰਾਜਧਾਨੀ ਨੂੰ ਚੰਡੀਗੜ੍ਹ ਤਬਦੀਲ ਕਰਾਉਣ ਵਾਸਤੇ ਜੀ ਪ੍ਰਤਾਪ ਸਿੰਘ ਕੈਰੋਂ ਨੇ ਕਿੱਡੀ ਜਦੋਜਹਿਦ ਕੀਤੀ ਸੀ। ਵੱਡੇ ਵੱਡੇ ਸੀਨੀਅਰ ਅਫਸਰ ਨੂੰ ਲਿਆ ਕੇ ਟੈਂਟਾਂ ਥੱਲੇ ਬਿਠਾਤਾ ਸੀ। ਅਮਲੀ ਤੌਰ ਤੇ ਜਿਹੜੀ ਫੰਕਸ਼ਨਿੰਗ ਸਟਾਰਟ ਕਰਵਾਤੀ ਸੀ ਰਾਜਧਾਨੀ ਦੀ। ਜੀ। ਭਾਖੜਾ ਡੈਮ ਦੀ ਉਸਾਰੀ ਕਰਵਾਉਣ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਹੈ। ਪਲੈਨਿੰਗ ਭਾਵੇਂ ਉਹਦੀ ਬਹੁਤ ਪਹਿਲਾਂ ਬਣੀ ਸੀ। ਜੇ ਅਸੀਂ ਦੇਖੀਏ ਪੇਂਡੂ ਵਿਕਾਸ ਦੀਆਂ ਜਿਹੜੀਆਂ ਯੋਜਨਾਵਾਂ ਜੀ ਇਹ ਵੀ ਪ੍ਰਤਾਪ ਸਿੰਘ ਕੈਰੋਂ ਦੇ ਜ਼ਮਾਨੇ ਦੇ ਵਿੱਚ ਸ਼ੁਰੂ ਹੋਈਆਂ ਸੀ। ਰੂਰਲ ਡਿਵੈਲਪਮੈਂਟ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਸੀਂ BDPO ਕਹਿ ਦਿੰਦੇ ਹਾਂ, ਜਿਹੜਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਹੈ ਇਹਨੂੰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜਿੱਥੋਂ ਤੱਕ ਪ੍ਰਸ਼ਾਸਨਿਕ ਤੇ ਉਹਨਾਂ ਦੀ ਡਿਵੈਲਪਮੈਂਟ ਸਮਰੱਥਾ ਦੇ ਨਾਲ ਨਾਲ ਜੀ ਉਹਨਾਂ ਦੇ ਵਿੱਚ ਜਿੱਦ ਦੇਖੀਏ ਤੇ ਮੇਰਾ ਖਿਆਲ ਹੈ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਦੀ ਜਿੱਦ ਕਿਸੇ 'ਚ ਹੈ ਨਹੀਂ ਸੀ। ਜੀ। ਜਿਸ ਬੰਦੇ ਨੂੰ ਇੱਕ ਵਾਰੀ ਉਹ ਟਾਰਗੇਟ ਕਰ ਲੈਂਦਾ ਸੀ ਉਹਨੂੰ ਸਿਰੇ ਲਾ ਕੇ ਹਟਦਾ ਸੀ। ਔਰ ਜਿਸ ਢੰਗ ਨਾਲ ਉਹਨਾਂ ਦੀ ਮੌਤ ਹੋਈ ਹੈ, ਉਹਨਾਂ ਦਾ ਕਤਲ ਹੋਇਆ ਹੈ। ਜੀ। ਬਹੁਤ ਸਾਰੇ ਕਾਰਨ ਹੋਰ ਵੀ ਹੈ ਕਤਲ ਦੇ, ਲੇਕਿਨ ਇੱਕ ਕਤਲ ਦਾ ਇੱਕ ਕਾਰਨ ਇਹ ਵੀ ਸੀ ਕਿ ਨਾਲ ਦੇ ਸਾਰੇ ਲੀਡਰ ਉਹਨਾਂ ਦੇ ਨਾਲ ਜਿਹੜੀ ਆ ਰੰਜਿਸ਼ ਖਾਂਦੇ ਸੀ, ਖਾਰ ਖਾਂਦੇ ਸੀ। ਅੱਜ ਵੀ ਬੱਚੇ ਦੀ ਜ਼ੁਬਾਨ ਦੇ ਉੱਤੇ ਪ੍ਰਤਾਪ ਸਿੰਘ ਕੈਰੋਂ ਦਾ ਨਾਂ ਹੈ ਜੀ। ਇਹਦੇ ਉਲਟ ਜੇ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ 5 ਵਾਰੀ ਜੀ ਪੰਜਾਬ ਦੇ ਚੀਫ ਮਿਨਿਸਟਰ ਬਣੇ ਤੇ ਉਸ ਪੰਜਾਬ ਦੇ ਚੀਫ ਮਿਨਿਸਟਰ ਬਣੇ ਜਿਹੜਾ ਪ੍ਰਤਾਪ ਸਿੰਘ ਕੈਰੋਂ ਦੇ ਚਲੇ ਜਾਣ ਤੋਂ ਬਾਅਦ ਬਣਿਆ ਸੀ। ਜੀ। ਪਰ ਪ੍ਰਤਾਪ ਸਿੰਘ ਕੈਰੋਂ ਜਿਸ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਉਹਦੀ ਇੱਕ ਹੱਦ ਮਹਿੰਦਰਗੜ੍ਹ ਤੱਕ ਸੀ ਜੀ ਤੇ ਦੂਜੀ ਉਹ ਲਾਹੌਲ ਸਪੀਤੀ ਤੱਕ ਹੁੰਦੀ ਸੀ। ਐਡੇ ਵੱਡੇ ਪੰਜਾਬ ਦਾ ਚੀਫ ਮਿਨਿਸਟਰ ਸੀ ਜੀ। ਤੇ ਇੱਥੇ ਹੁਣ ਪ੍ਰਤਾਪ ਸਿੰਘ ਕੈਰੋਂ ਦੇ ਮੁਕਾਬਲੇ ਬਾਦਲ ਸਾਹਿਬ ਮੁੱਖ ਮੰਤਰੀ ਤਾਂ ਬਣ ਗਏ ਪਰ ਪ੍ਰਾਪਤੀ ਕੀ ਹੈ? ਜੀ ਅਕਾਲੀ ਦਲ ਵਾਸਤੇ ਉਹਨਾਂ ਨੇ ਕੀ ਖੱਟਿਆ, ਪੰਜਾਬ ਵਾਸਤੇ ਉਹਨਾਂ ਨੇ ਕੀ ਖੱਟਿਆ ਤੇ ਗਵਾਇਆ ਕੀ ਕੁਛ ਹੈ? ਜੀ ਇਹ ਆਪਣੇ ਸਭ ਦੇ ਸਾਹਮਣੇ ਹੈ। ਮੈਨੂੰ ਇਹਦੇ 'ਚ ਵਿਸਥਾਰ ਜਾਣ ਦੀ ਲੋੜ ਨਹੀਂ। ਜੀ ਬਦਕਿਸਮਤੀ ਇਹ ਹੈ ਕਿ ਦੋਨੀ ਪਾਸੇ ਪ੍ਰਤਾਪ ਸਿੰਘ ਕੈਰੋਂ ਦੀ ਜੇ ਮੌਤ ਦਾ ਕਾਰਨ ਦੇਖੀਏ, ਉਹਨਾਂ ਦੇ ਪਤਨ ਦਾ ਕਾਰਨ ਦੇਖੀਏ ਤਾਂ ਉਹਦੀ ਸ਼ੁਰੂਆਤ ਵੀ ਘਰ ਤੋਂ ਹੀ ਹੋਈ ਸੀ। ਜੀ ਜੇ ਸੁਰਿੰਦਰ ਕੈਰੋਂ ਨੇ ਇੱਕ ਬਦਤਮੀਜ਼ੀ ਨਾ ਕੀਤੀ ਹੁੰਦੀ ਚੰਡੀਗੜ੍ਹ ਦੇ ਇੱਕ ਸਿਨੇਮੇ ਦੇ ਵਿੱਚ ਜਿਹਦਾ ਮਾਲਕ ਸੀ ਉਹ, ਤਾਂ ਆਹ ਹਾਲਾਤ ਨਹੀਂ ਸੀ ਕੈਰੋਂ ਪਰਿਵਾਰ ਨੂੰ ਦੇਖਣੇ ਪਏ। ਤੇ ਬਾਅਦ ਦੇ ਵਿੱਚ ਜੇ ਅਸੀਂ ਦੇਖੀਏ ਬਾਦਲ ਪਰਿਵਾਰ ਵਾਲੇ ਪਾਸੇ ਠੀਕ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਦੀ ਚੀਫ ਮਿਨਿਸਟਰੀ ਵੀ ਹੰਢਾਈ ਹੈ। ਜੀ ਜੀ। ਪਰ ਉਹਨਾਂ ਦੀਆਂ ਜਿਹੜੀਆਂ ਯੋਗਤਾਵਾਂ ਜਿਹੜੇ ਉਹਨਾਂ 'ਚ ਗੁਣ ਹੈ ਉਹ ਪਰਿਵਾਰ ਦੇ ਹੋਰ ਕਿਸੇ ਮੈਂਬਰ 'ਚ ਹੈ ਨਹੀਂ ਗੇ। ਜੀ ਜਿਹੜੀ ਹਲੀਮੀ ਹੈ ਉਹਨਾਂ ਦੀ, ਕਿਸੇ ਵੀ ਬੰਦੇ ਦੇ ਪ੍ਰਤੀ ਕੌੜ ਨਾ ਰੱਖਣੀ, ਜੀ ਜੀ ਅੰਦਰ ਰੱਖਣੀ, ਉਹਨੂੰ ਦਿਖਾਉਣੀ ਨਾ ਕੌੜ। ਹਰ ਇੱਕ ਬੰਦੇ ਨੂੰ ਬੜੀ ਤਹਿਜ਼ੀਬ ਦੇ ਨਾਲ ਮਿਲਣਾ ਮਿਲਾਉਣਾ ਇਹ ਆਪਣੇ ਥਾਂ ਦੇ ਉੱਤੇ ਹੈ ਤੇ ਜਿਹੜਾ ਵਿਰੋਧੀ ਉਹਨੂੰ ਚਿੱਤ ਕਿਵੇਂ ਕਰਨਾ। ਜੀ ਜੀ। ਪਰ ਨਾਲ ਹੀ ਦੂਸਰੇ ਪੱਖ ਵੀ ਦੇਖ ਲਈਏ ਆਪਾਂ, ਜੇ ਪੁੱਤਰ ਮੋਹ 'ਚ ਪ੍ਰਤਾਪ ਸਿੰਘ ਕੈਰੋਂ ਡੁੱਬਿਆ ਤਾਂ ਘੱਟ ਇੱਧਰ ਵੀ ਨਹੀਂ ਸੀ, ਬੜਾ ਕੁਛ ਪਿਆ, ਸਾਰਾ ਕੁਛ ਕਰ ਲਈਏ। ਸੋ ਇਸ ਵੇਲੇ ਕਲੇਸ਼ ਵਧਿਆ ਹੋਇਆ ਖੇਮ ਕਰਨ ਦੀ ਸੀਟ ਨੂੰ ਲੈ ਕੇ। ਜੀ ਕਿਉਂਕਿ ਕੁਝ ਦਿਨ ਪਹਿਲਾਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਬਿਆਨ ਆ ਗਿਆ ਸੀ ਕਿ ਸਾਡੇ ਪਰਿਵਾਰ ਦਾ ਇੱਕ ਮੈਂਬਰ ਚੋਣ ਲੜੂਗਾ ਖੇਮ ਕਰਨ ਤੋਂ। ਜੀ ਤੇ ਉਹਦੇ ਪ੍ਰਤੀਕਰਮ ਵਜੋਂ ਨਾਲ ਦੀ ਨਾਲ ਹੀ ਆ ਗਿਆ ਸੀ ਬਿਰਸਾ ਸਿੰਘ ਬਲਟੋਹਾ ਦਾ ਕਿ ਖੇਮ ਕਰਨ ਤੋਂ ਤਾਂ ਮੈਂ ਹੀ ਲੜੂੰਗਾ, ਅਕਾਲੀ ਦਲ ਵੱਲੋਂ ਮੇਰੀ ਕਲੀ ਪਾਈ ਵੀ ਹੈ। ਹਾਂ, ਅਕਾਲੀ ਦਲ ਵੱਲੋਂ ਤਾਂ ਮੈਂ ਹੀ ਲੜੂੰਗਾ ਤੇ ਕਿਸੇ ਹੋਰ ਪਾਰਟੀ ਵੱਲੋਂ ਜੇ ਕੈਰੋਂ ਪਰਿਵਾਰ ਨੇ ਲੜਨੀ ਹੈ ਤਾਂ ਲੜ ਲੈਣ। ਉਦੋਂ ਲੱਗਦਾ ਸੀ ਕਿ ਕੀ ਕਰੂਗਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਇਹ ਜੀਜੇ ਨਾਲ ਜਾਊਗਾ ਜਾਂ ਸਾਲੇ ਦੇ ਦੋਸਤ ਨਾਲ ਜਾਊਗਾ? ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਨੇੜਤਾ ਬਹੁਤ ਜ਼ਿਆਦਾ ਹੈ ਬਿਰਸਾ ਸਿੰਘ ਬਲਟੋਹਾ ਦੇ ਨਾਲ। ਬਿਰਸਾ ਸਿੰਘ ਬਲਟੋਹਾ ਨੂੰ ਪ੍ਰੋਟੈਕਟ ਕਰਦੇ ਆ ਜੇ ਬਿਕਰਮ ਸਿੰਘ ਮਜੀਠੀਆ, ਤਾਂ ਦੂਜੇ ਪਾਸੇ ਆਪਾਂ ਨੂੰ ਫਿਰ ਇਹ ਵੀ ਦੇਖਣਾ ਪੈਣਾ ਕਿ
ਜਿਹੜੇ ਉਹਨਾਂ ਦੇ ਸਿਆਸੀ ਹਿੱਤ ਹੈ ਜੀ ਜੀ ਮਜੀਠੀਆ ਸਾਹਿਬ ਦੇ, ਉਹਨਾਂ ਸਿਆਸੀ ਹਿੱਤਾਂ ਦੀ ਨਿਗਰਾਨੀ ਵੀ ਬਿਰਸਾ ਸਿੰਘ ਬਲਟੋਹਾ ਹੋਰੀ ਕਰਦੀ ਹੈ। ਜੀ ਭਾਵੇਂ ਬਲਟੋਹਾ ਸਾਹਿਬ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੇਰੀ ਸੀਟ ਦਾ ਐਲਾਨ ਹੋਊ, ਲੇਕਿਨ ਸਭ ਤੋਂ ਪਹਿਲੀ ਸੀਟ ਦਾ ਜਿਹੜਾ ਐਲਾਨ ਹੋਇਆ ਸੀ ਉਹ ਐਲਾਨ ਪਰ ਸੁਖਬੀਰ ਸਿੰਘ ਬਾਦਲ ਨੇ ਆਪਦੀ ਸੀਟ ਦਾ ਹੀ ਕਰ ਲਿਆ ਸੀ ਜੀ ਔਰ ਆਪ ਹੀ ਕਰਤਾ ਸੀ। ਦੂਜਾ ਵੀ ਜੇ ਦੇਖੀਏ ਆਪਾਂ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਐਲਾਨ ਕੀਤਾ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਕਮੇਟੀ ਵੱਲੋਂ ਨਹੀਂ ਕੀਤਾ ਗਿਆ, ਜੀ ਨਾ ਤਾਂ ਕੋਰ ਕਮੇਟੀ ਵੱਲੋਂ ਕੀਤਾ ਗਿਆ, ਨਾ ਵਰਕਿੰਗ ਕਮੇਟੀ ਦਾ ਬਣਾਈ ਕੱਲ ਹੈ, ਪਹਿਲਾਂ ਤਾਂ ਵਰਕਿੰਗ ਕਮੇਟੀ ਹੈ ਨਹੀਂ ਸੀ, ਤੇ ਨਾ ਹੀ ਕਿਸੇ ਪਾਰਲੀਮੈਂਟਰੀ ਬੋਰਡ ਵੱਲੋਂ ਕੀਤਾ, ਬਸ ਆਪ ਹੀ ਕਰਤਾ। ਪੁਰਾਣੇ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਅਕਾਲੀ ਦਲ ਦੇ ਇਕੱਲੇ ਉਮੀਦਵਾਰ ਬਾਰੇ ਘੋਖ ਕੀਤੀ ਜਾਂਦੀ ਸੀ ਜੀ ਔਰ ਉਸ ਵੇਲੇ ਫਿਰ ਅਕਾਲੀ ਦਲ ਦੇ ਕੈਂਡੀਡੇਟ ਦਾ ਐਲਾਨ ਹੁੰਦਾ ਸੀ। ਆਪਾਂ ਕਈ ਵਾਰੀ ਗੱਲ ਕੀਤੀ ਹੈ ਸਰਦਾਰ ਸੁੱਚਾ ਸਿੰਘ ਛੋਟੇਪੁਰ ਦੀ। ਜੀ ਜੀ ਮੋਹਨ ਸਿੰਘ ਤੁੜ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ, ਸੁੱਚਾ ਸਿੰਘ ਛੋਟੇਪੁਰ ਇੰਟਰਵਿਊ ਤੇ ਪੇਸ਼ ਹੋਇਆ ਜੀ ਤੇ ਮੋਹਨ ਸਿੰਘ ਤੁੜ ਨੇ ਕਹਿਤਾ ਸੀ ਕਾਕਾ ਤੈਨੂੰ ਟਿਕਟ ਨਹੀਂ ਮਿਲ ਸਕਦੀ। ਉਹ ਕਹਿੰਦਾ ਜੀ ਕੀ ਮੇਰੇ 'ਚ ਯੋਗਤਾ ਨਹੀਂ ਹੈ, ਦੂਜੇ ਕਿਸੇ ਬੰਦੇ 'ਚ ਮੈਥੋਂ ਵੱਧ ਯੋਗਤਾ ਹੈ, ਕੀ ਮੈਂ ਡਿਜ਼ਰਵ ਨਹੀਂ ਕਰਦਾ, ਮੇਰਾ ਹੱਕ ਨਹੀਂ ਬਣਦਾ। ਜੀ ਮੋਹਨ ਸਿੰਘ ਤੁੜ ਨੇ ਕਹਿਤਾ ਸੀ ਕਾਕਾ ਬਣਦਾ ਹੈ, ਸਭ ਕੁਝ ਠੀਕ ਹੈ, ਤੂੰ ਮੈਰਿਟ ਦੇ ਵਿੱਚ ਤੇਰਾ ਨੰਬਰ 1 ਹੈ, ਜੀ ਪਰ ਅਫਸੋਸ ਇਹ ਹੈ ਕਿ ਮੈਂ ਤੈਨੂੰ ਟਿਕਟ ਨਹੀਂ ਦੇ ਸਕਦਾ ਕਿਉਂਕਿ ਤੂੰ ਮੇਰਾ ਜਵਾਈ ਵੀ ਹੈ। ਜਵਾਈ ਵੀ ਹੈ। ਉਹਨੇ ਪਰਿਵਾਰ ਪ੍ਰਸਤੀ ਨੂੰ ਨਕਾਰਿਆ ਸੀ ਮੋਹਨ ਸਿੰਘ ਤੁੜ ਨੇ। ਹੁਣ ਉਹ ਅਕਾਲੀ ਦਲ ਤਾਂ ਰਿਹਾ ਨਹੀਂ, ਖੈਰ ਇਹਨਾਂ ਨੇ ਐਲਾਨ ਕਰਤਾ। ਪਰ ਇਸ ਐਲਾਨ ਤੋਂ ਫੌਰਨ ਬਾਅਦ ਗੁਰਮੁਖ ਸਿੰਘ ਕੁੱਲਾ ਜਿਹੜੇ ਪੋਲੀਟੀਕਲ ਸੈਕਟਰੀ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਜੀ ਔਰ ਪਰਿਵਾਰ ਦੇ ਬੜੇ ਕਰੀਬੀ ਹੈ, ਉਹਨਾਂ ਦਾ ਵੀ ਆ ਗਿਆ। ਉਹਨਾਂ ਨੇ ਨਾਲ ਦੀ ਨਾਲ ਹੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਜੀ ਕਿ ਬਿਕਰਮ ਸਿੰਘ ਬਿਰਸਾ ਸਿੰਘ ਬਲਟੋਹਾ ਹੀ ਹੋਣਗੇ ਸਾਡੇ ਉਮੀਦਵਾਰ ਜੀ, ਤੇ ਕੁੱਲਾ ਸਾਹਿਬ ਨੇ ਵੀ ਗੱਲ ਕਹਿ ਦਿੱਤੀ ਜੀ ਬਾਦਲ ਕੈਰੋ ਪਰਿਵਾਰ ਵੱਲੋਂ ਡਿਸੀਜਨ ਹੈ ਕਿ ਬੀਬੀ ਪ੍ਰਨੀਤ ਕੌਰ ਜੀ ਉਹ ਲੜਨਗੇ ਖੇਮਕਰਨ ਤੋਂ ਚੋਣ। ਪ੍ਰਨੀਤ ਕੌਰ ਸੁਖਬੀਰ ਸਿੰਘ ਬਾਦਲ ਦੀ ਭੈਣ ਹੈ, ਉਹਦੇ ਕੋਲੇ ਵੀ ਜਿਹੜੀ ਹੈਗੀ ਹੈ ਬਾਦਲ ਵਿਰਾਸਤ ਹੈ, ਉਹਦੇ ਕੋਲੇ ਕੈਰੋ ਵਿਰਾਸਤ ਵੀ ਹੈ, ਬਾਦਲ ਵਿਰਾਸਤ ਵੀ ਹੈ। ਮੁਕਾਬਲਾ ਉਹਦਾ ਹੋਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਜੀ ਕਿ ਕੀ ਜੋ ਸੁਖਬੀਰ ਸਿੰਘ ਬਾਦਲ ਨੇ ਕੱਲ ਐਲਾਨ ਕੀਤਾ ਇਹ ਐਲਾਨ ਹੀ ਰਹੂਗਾ ਜਾਂ ਇਹ ਅਮਲ 'ਚ ਵੀ ਆਊਗਾ। ਜੇ ਅਮਲ 'ਚ ਇਹ ਗੱਲ ਆਉਂਦੀ ਹੈ ਵਿਕਰਮ ਆ ਜਾਂਦਾ ਮੂੰਹ 'ਚ ਆਪਣਾ ਬਿਰਸਾ ਸਿੰਘ ਬਲਟੋਹਾ ਹੀ ਇਲੈਕਸ਼ਨ ਲੜਦਾ ਹੈ ਤੇ ਜਿਵੇਂ ਇਹ ਐਲਾਨ ਹੋ ਚੁੱਕਾ ਹੈ ਕਿ ਬੀਬੀ ਪ੍ਰਨੀਤ ਕੌਰ ਵੀ ਲੜੂਗੀ ਤੇ ਫਿਰ ਪ੍ਰਨੀਤ ਕੌਰ ਕਿਸੇ ਹੋਰ ਪਾਰਟੀ ਵੱਲੋਂ ਵੀ ਲੜ ਸਕਦੀ ਹੈ। ਇਹ ਜਿਹੜਾ ਹੈਗਾ ਮੇਰਾ ਖਿਆਲ ਹੈ ਵੀ ਆਪਾਂ ਜਿਵੇਂ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਕਿ ਬੁਢਾਪੇ ਦੇ ਵਿੱਚ ਬੰਦੇ ਨੂੰ ਬਾਕੀ ਸਭ ਚੀਜ਼ਾਂ ਬਰਦਾਸ਼ਤ ਹੋ ਜਾਂਦੀਆਂ ਲੇਕਿਨ ਪਰਿਵਾਰਕ ਕਾਟੋ ਕਲੇਸ਼ ਨਹੀਂ ਬਰਦਾਸ਼ਤ ਬਹੁਤ। ਇਹ ਬਾਦਲ ਸਾਹਿਬ ਦੀ ਜ਼ਿੰਦਗੀ ਦਾ ਮੇਰਾ ਖਿਆਲ ਸਭ ਤੋਂ ਵੱਡਾ ਦੁਖਾਂਤ ਹੀ ਇਹ ਹੋਊਗਾ ਜੇ ਹਾਲਾਤ ਇਹ ਬਣ ਗਏ ਕਿ ਭੈਣ ਭਰਾ ਆਮਣੇ ਸਾਹਮਣੇ ਹੋ ਗਏ ਜੀ ਤੇ ਫਿਰ ਸਥਿਤੀ ਜਿਹੜੀ ਹੈਗੀ ਬੜੀ ਖਰਾਬ ਹੋਣੀ ਹੈ। ਤੇ ਉਹਦਾ ਜੇ ਅਸਰ ਦੇਖੋਗੇ ਤੁਸੀਂ, ਜੇ ਬੀਬੀ ਪ੍ਰਨੀਤ ਕੌਰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਅਲੱਗ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੜੇ ਹੁੰਦੇ ਆ ਫਿਰ ਪ੍ਰਧਾਨ ਜੀ ਦੇ ਨਾਲ ਦੇ ਲੋਕ ਹੈ ਜਿਹੜੇ ਉਹਨਾਂ ਨੇ ਵੀ ਭੱਜਣੇ ਸ਼ੁਰੂ ਹੋ ਜਾਣਾ ਕਿਉਂਕਿ ਜਦੋਂ ਪਰਿਵਾਰਕ ਕਲੇਸ਼ ਪਹਿਲੇ ਫਿਰ ਕਦੀ ਚੱਲਦੀ ਨਹੀਂ। ਤੁਹਾਡੇ ਯਾਦ ਹੋਣਾ ਇੱਕ ਵਾਰੀ ਫਾਰੂਕ ਅਬਦੁੱਲਾ ਨੂੰ ਲਾ ਕੇ ਇਹਦੇ ਜੀਜੇ ਨੂੰ ਬਣਾਤਾ ਸੀ, GM ਸ਼ਾਹ ਨੂੰ ਮੁੱਖ ਮੰਤਰੀ ਬਣਾਇਆ ਸੀ, ਪਤਾ ਆਪਾਂ ਨੂੰ ਯਾਦ ਹੈ, ਜੰਮੂ ਕਸ਼ਮੀਰ ਦਾ। ਔਰ ਉਹਨਾਂ ਦੋਨਾਂ ਚੋਂ ਰਿਹਾ ਇੱਕੋ ਹੀ ਸੀ। GM ਸ਼ਾਹ ਤਾਂ ਕਿਤੇ ਕੋਈ ਭਾਲਿਆ ਨਹੀਂ ਸੀ ਉਹਦਾ, ਲੇਕਿਨ ਉਦੋਂ ਦੀ ਕੁੜਤਨ ਪਈ ਕਿਤੇ ਦੀ ਕਿਤੇ ਗਈ। ਇਸ ਕਰਕੇ ਜਿਹੜੇ ਹੈ ਬੜੇ ਹਾਲਾਤ ਬਾਦਲ ਪਰਿਵਾਰ ਲਈ ਬਹੁਤ ਹੀ ਨਾਜ਼ੁਕ ਹਾਲਾਤ ਹੈ, ਚਿੰਤਾਜਨਕ ਹੈ। ਇਹ ਬੜੀ ਦੇਖੋ ਢਿੱਲੋਂ ਸਾਹਿਬ ਕਹਿੰਦੇ ਹੁੰਦੇ ਨੇ ਵੀ ਪੁਰਾਣੀ ਕਹਾਵਤ ਹੈ ਕਿ ਕੰਧ ਖਾਧੀ ਵਾਲਿਆਂ ਘਰ ਖਾਧਾ ਸਾਲਿਆਂ, ਵੀ ਜਦੋਂ ਕਿਸੇ ਦੀ ਵੀ ਦਖਲ ਅੰਦਾਜ਼ੀ ਜਦੋਂ ਬਣ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਰਿਸ਼ਤੇਦਾਰ ਦੀ, ਸਾਲਾ ਕਹਿਣ ਤੋਂ ਮਤਲਬ ਹੁੰਦਾ ਵੀ ਤੁਹਾਡੇ ਘਰ ਦੇ ਵਿੱਚ ਬਾਹਰਲੀ ਦਖਲ ਅੰਦਾਜ਼ੀ। ਬਿਲਕੁਲ। ਸੋ ਇਹ ਲੱਗਦਾ ਕਿ ਇਹ ਜਿਹੜੀ ਹੈ ਕੁੜੱਤਣ ਜਿਹੜੀ ਹੈ ਜਦੋਂ ਇਹੋ ਜਿਹੀਆਂ ਪੈਦਾ ਹੋ ਜਾਣੇ, ਪਾਰਟੀ ਵੀ ਜਿਵੇਂ ਤੁਸੀਂ ਗੱਲ ਕਹੀ ਕਿ ਸ਼ਾਹ ਕਿੱਧਰ ਗਿਆ ਤੇ ਪਾਰਟੀ ਵੀ ਪਹਿਲਾਂ ਹੀ ਬੜੇ ਭਾਰੀ ਸੰਕਟ 'ਚੋਂ ਹੈ। ਤੇ ਜਿਵੇਂ ਤੁਸੀਂ ਆਖਿਆ ਕਿ ਫਿਰ ਤਾਂ ਕਹਿੰਦੇ ਹੁੰਦੇ ਵੀ ਕਬੂਤਰ ਪਹਿਲਾਂ ਹੀ ਉੱਡ ਜਾਣਗੇ ਜਿਨ੍ਹਾਂ ਨੂੰ ਪਤਾ ਵੀ ਹਾਲਾਤ ਕੀ ਹੈ। ਹੁਣ ਜਿਵੇਂ BJP ਦੇ ਅੱਜ ਅਸੀਂ ਕੱਲ੍ਹ ਗੱਲ ਕਰ ਰਹੇ ਸੀ ਬੈਠੇ ਉੱਥੇ ਐਤਵਾਰ ਨੂੰ, ਕੱਲ੍ਹ ਤਾਂ ਮੇਰੀ ਤਬੀਅਤ ਬੜੀ ਢਿੱਲੀ ਸੀ। ਕਹਿੰਦੇ ਜੀ ਦੇਖੋ ਹੁਣ BJP ਦਾ ਨਾਂ ਪੰਜਾਬ 'ਚ ਕੋਈ ਲੈ ਕੇ ਰਾਜੀ ਨਹੀਂ, ਤੇ ਕਹਿੰਦੇ ਸੀ ਵੀ ਢੀਂਡਸਾ ਸਾਹਿਬ BJP ਦੇ ਸਿਰ ਤੇ ਮੁੱਖ ਮੰਤਰੀ ਦੀਆਂ ਕੁਰਸੀਆਂ ਤੇ ਟਾਕੀਆਂ ਮਾਰਦੇ ਸੀ। ਬਿਲਕੁਲ ਇਹ ਵੀ ਗੱਲਾਂ ਆ ਜਾਂਦੀਆਂ। ਬਿਲਕੁਲ ਹੈ ਨਹੀਂ। ਸੋ ਹੁਣ ਉੱਧਰ ਮਮਤਾ ਦੀ ਕੁਰਸੀ ਕੀ ਕਹਿੰਦੀ ਹੈ ਜੀ? ਦੇਖੋ ਮੁਕਲ ਰਾਏ ਤੋਂ ਲੈ ਕੇ ਸ਼ਿਵਿੰਦੂ ਅਧਿਕਾਰੀ ਤੱਕ ਦਾ ਜੇ ਆਪਾਂ ਸਫ਼ਰ ਦੇਖਣਾ ਹੋਵੇ ਤੇ ਸਫ਼ਰ ਇਹ ਲੰਬਾ ਹੈ ਜੀ। ਸਭ ਤੋਂ ਪਹਿਲਾਂ TMC ਨੂੰ ਅਲਵਿਦਾ ਕਹੀ ਸੀ ਮੁਕਲ ਰਾਏ ਨੇ ਜੀ। ਕਹੀ ਕਿਉਂ ਸੀ? ਉਹ ਇਸ ਕਰਕੇ ਕਹੀ ਸੀ ਕਿ ਚਿੱਟ ਫੰਡ ਘੁਟਾਲੇ ਦੇ ਵਿੱਚ ਜੀ ਮੁਕਲ ਰਾਏ ਨੂੰ ਵੀ ਇੱਕ ਸੀਟ ਲਿਆ ਸੀ। ਉਹਦੇ ਸ਼ਾਮਲ ਸੀ ਜਾਂ ਨਹੀਂ ਸੀ
ਜੀ ਪਰ ਉਹਨੂੰ ਵਾਰ-ਵਾਰ ਸੰਮਣ ਹੋਣੇ ਸ਼ੁਰੂ ਹੋ ਗਏ ਸੀ। ਉਹਦੀ ਪੁੱਛਗਿੱਛ ਸ਼ੁਰੂ ਹੋ ਗਈ ਸੀ। ਅਖੀਰੇ ਸੰਮਣ ਉਦੋਂ ਬੰਦ ਹੋਏ ਤੇ ਪੁੱਛਗਿੱਛ ਉਦੋਂ ਬੰਦ ਹੋਈ ਜਦੋਂ ਉਸ ਬੰਦੇ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਜੀ ਉਹ ਤੋਂ ਬਾਅਦ ਅਣਗਿਣਤ ਬੰਦੇ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ 'ਚ ਗਏ, TMC ਦੇ ਵਜ਼ੀਰ ਵੀ ਗਏ, MLA ਵੀ ਗਏ, ਸਾਬਕਾ MP ਵੀ ਗਏ, ਸਾਬਕਾ ਕਈ ਕੁਛ ਗਏ, ਸਿਟਿੰਗ MLA ਤਾਂ ਲੇਟੈਸਟ ਹੀ ਗਏ ਹੈ ਜੀ। ਔਰ ਅਖੀਰੀ ਜੇ ਆਪਾਂ ਦੇਖੀਏ ਤਾਂ ਸ਼ਿਵਿੰਦੂ ਅਧਿਕਾਰੀ ਹੈ। ਸ਼ਿਵਿੰਦੂ ਅਧਿਕਾਰੀ ਵੀ ਬੀਬੀ ਮਮਤਾ ਬੈਨਰਜੀ ਦਾ ਬਹੁਤ ਖਾਸ ਲੈਫਟੈਨੈਂਟ ਹੈ ਔਰ ਬੜੇ ਇੰਪੋਰਟੈਂਟ ਹਲਕੇ ਦੀ ਉਹ ਨੁਮਾਇੰਦਗੀ ਕਰਦਾ ਸੀ, ਨੰਦੀਗ੍ਰਾਮ ਦੀ। ਜੀ ਉਹ ਨੰਦੀਗ੍ਰਾਮ ਹਲਕਾ ਜਿਹੜੇ ਹਲਕੇ ਤੋਂ CPM ਦਾ ਪਤਨ ਤੇ ਬੀਬੀ ਮਮਤਾ ਬੈਨਰਜੀ ਦੇ ਜਿਹੜੀ ਹੈ ਹਕੂਮਤੀ ਸਫ਼ਰ ਦੀ ਸ਼ੁਰੂਆਤ ਜੀ। ਹੁਣ ਉਹ ਵੀ ਚਲੇ ਗਏ ਤੇ ਲੱਗਦਾ ਸੀ ਕਿ ਬੀਬੀ ਮਮਤਾ ਬੈਨਰਜੀ ਦੇ ਹੱਥ ਪੱਲੇ ਕੁਛ ਨਹੀਂ ਹੋਣਾ। ਲੇਕਿਨ ਪਿਛਲੇ ਦਿਨਾਂ 'ਚ ਵੀ ਆਪਾਂ ਡਿਸਕਸ ਕੀਤੀਆਂ ਸੀ ਖਬਰਾਂ ਜੀ ਕਿ ਕੁਛ ਜਿਹੜੇ ਹੈਗੇ ਆ TV ਜਾਂ ਮੀਡੀਆ ਘਰਾਣੇ ਜੀ ਉਹਨਾਂ ਨੇ ਸਰਵੇਖਣ ਕਰਵਾਏ ਹੈ। ਜਿਹੜੇ 2-3 ਸਰਵੇਖਣ ਸਾਹਮਣੇ ਆਏ ਉਹਨਾਂ ਦੇ ਵਿੱਚ ਇਹ ਗੱਲ ਤਾਂ ਸਾਰੇ ਸਰਵੇਖਣਾਂ ਵਾਲੇ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਤਾਕਤ ਵਿੱਚ ਵਾਧਾ ਹੋ ਸਕਦਾ ਹੈ ਜੀ। ਲੇਕਿਨ ਪਾਪੂਲੈਰਿਟੀ ਦੇ ਲਿਹਾਜ਼ ਨਾਲ ਇਹ ਆਈ ਸੀ ਕਿ ਬਹੁ ਗਿਣਤੀ ਜਿਹੜੇ ਹੈਗੇ ਹੈ ਜ਼ਿਆਦਾਤਰ ਬੰਗਾਲੀ ਜੀ ਉਹ ਮਮਤਾ ਬੈਨਰਜੀ ਨੂੰ ਹੀ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਹੈ। ਮਮਤਾ ਬੈਨਰਜੀ ਦੀ ਘੇਰਾਬੰਦੀ ਬਹੁਤ ਜ਼ਿਆਦਾ ਕੀਤੀ ਸੀ ਜੀ। ਪਿਛਲੇ ਬੁੱਧਵਾਰ ਦੇ ਦਿਨ ਮਮਤਾ ਬੈਨਰਜੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਦੀ ਹੈ ਨੰਦੀਗ੍ਰਾਮ ਤੋਂ, ਉਹ ਤੋਂ ਬਾਅਦ ਉਹ ਆਪਣੇ ਅਕੀਦੇ ਮੁਤਾਬਕ ਇੱਕ ਮੰਦਰ ਚਲੀ ਗਈ। ਜਾਂਦੀ ਹੈ। ਉਹ 'ਚ ਮੰਦਰ ਜਾਣ ਦਾ ਉਹਦਾ ਇੱਕ ਕਾਰਨ ਵੀ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਾਤੀ ਤੌਰ ਤੇ ਉੱਤੇ ਬੰਬਾਰਡਮੈਂਟ ਬਹੁਤ ਕੀਤੀ ਸੀ। ਉਹਦੇ ਤੇ ਇਲਜ਼ਾਮ ਲਾਇਆ ਸੀ, ਉਹਨੂੰ ਇਹ ਕਹਿਣਾ ਸ਼ੁਰੂ ਕਰਦਾ ਸੀ ਕਿ ਇਹ ਮਮਤਾ ਬੈਨਰਜੀ ਨਹੀਂ, ਇਹ ਮੁਮਤਾਜ਼ ਹੈ। ਮੁਮਤਾਜ਼ ਹੈ ਜੀ, ਇਹ ਹਿੰਦੂਆਂ ਤੋਂ ਨਫ਼ਰਤ ਕਰਦਾ। ਹਾਂ, ਹਿੰਦੂ ਮਤਲਬ ਇਹ ਮੁਸਲਮਾਨ ਹੈ, ਮੁਮਤਾਜ਼ ਹੈ। ਫਿਰ ਇਹ कहता कि ਇਹਨੂੰ ਜੈ ਸ਼੍ਰੀ ਰਾਮ ਨਾਲ ਨਫ਼ਰਤ ਹੈ। ਫਿਰ ਇਹ ਕਹਿ ਦਿੱਤਾ ਕਿ ਸਿਰ ਤੇ ਟੋਪੀ ਲੈਂਦੀ ਹੈ ਜੀ। ਫਿਰ ਇਹ ਕਹਿ ਦਿੱਤਾ ਕਿ ਇਹ ਨਮਾਜ਼ ਵੀ ਅਦਾ ਕਰਦੀ ਹੈ। ਉਹਨੂੰ ਖਲਨਾਇਕ ਬਣਾਉਣ ਦਾ ਯਤਨ ਕੀਤਾ ਤਾਂ ਕਿ ਇਸ ਲਿਹਾਜ਼ ਦੇ ਨਾਲ ਹਿੰਦੂ ਭਾਈਚਾਰੇ ਨੂੰ ਮੋਬਿਲਾਈਜ਼ ਕੀਤਾ ਜਾਵੇ, ਆਪਣੇ ਪਿੱਛੇ ਲਾਇਆ ਜਾਵੇ ਜੀ। ਲੇਕਿਨ ਮਮਤਾ ਬੈਨਰਜੀ ਇਸ ਚੱਕਰ ਨੂੰ ਸਾਰੇ ਨੂੰ ਜਾਣਦੀ ਸੀ ਕਿ BJP ਮੈਨੂੰ ਕੀ ਕਰੂਗੀ ਜੀ। ਸੋ ਤੁਸੀਂ ਦੇਖਣਾ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਇੱਕ ਰੈਲੀ ਨੂੰ ਐਡਰੈਸ ਕੀਤਾ ਸੀ ਜੀ ਤੇ ਉੱਥੇ ਉਹਨੇ ਚੰਡੀ ਦਾ ਪਾਠ ਵੀ ਕਰਕੇ ਦਿਖਾਤਾ ਸੀ ਜ਼ਬਾਨੀ। ਬਾਅਦ ਦੇ ਵਿੱਚ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਬਾਅਦ ਉਹ ਮੰਦਰ ਚਲੀ ਗਈ ਜੀ। ਮੰਦਰ ਚੋਂ ਬਾਹਰ ਆ ਕੇ ਜਦੋਂ ਆਪਦੀ ਕਾਰ 'ਚ ਬੈਠਣ ਲੱਗੀ ਤੇ ਅਚਨਚੇਤ ਉਹਨੂੰ ਚੋਟ ਲੱਗ ਗਈ ਜੀ। ਉਦੋਂ ਭਾਵੇਂ ਮਮਤਾ ਬੈਨਰਜੀ ਨੇ ਇਹ ਕਿਹਾ ਸੀ ਕਿ ਮੈਨੂੰ ਕੁਝ ਅਣਪਛਾਤਿਆਂ ਨੇ ਧੱਕਾ ਦਿੱਤਾ ਹੈ, ਲੇਕਿਨ ਬਾਅਦ ਦੇ ਵਿੱਚ ਚੋਣ ਕਮਿਸ਼ਨ ਨੇ ਕਹਿਤਾ ਕਿ ਇਹਨੂੰ ਕੋਈ ਹਮਲਾ ਨਹੀਂ ਸੀ, ਸਗੋਂ ਇੱਕ ਹਾਦਸਾ ਸੀ ਜੀ। BJP ਦੇ ਲੀਡਰਾਂ ਨੇ ਕੈਲਾਸ਼ ਵਿਜੇ ਵਰਗੇ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਜੀ ਇਹ ਇੱਕ ਸਿਆਸੀ ਨਾਟਕ ਹੈ, ਇਹ ਹਮਦਰਦੀ ਦੀ ਪਾਤਰ ਦਿਖਾ ਕੇ ਆਪਣੇ ਆਪ ਨੂੰ ਬੰਗਾਲੀਆਂ ਦੀ ਵੋਟ ਲੈਣਾ ਚਾਹੁੰਦੀ ਹੈ। ਜਦੋਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਤਾਂ ਮਮਤਾ ਬੈਨਰਜੀ ਚੁੱਪ ਰਹੀ ਜੀ। ਜਦੋਂ ਮਮਤਾ ਬੈਨਰਜੀ ਚੁੱਪ ਰਹੀ ਵੀ ਆਪਾਂ ਇਸ ਗੱਲ ਤੋਂ ਲੈਣਾ ਕਿ ਜੋ ਮਰਜ਼ੀ ਕਹੀ ਜਾਣ, ਇਹ ਸੱਟ ਲੱਗਣ ਤੋਂ ਬਾਅਦ, ਇਹ ਸਾਰੀ ਗੱਲ ਤੋਂ ਬਾਅਦ ਮਮਤਾ ਬੈਨਰਜੀ ਦੇ ਹੱਥ ਇੱਕ ਮੁੱਦਾ ਆ ਗਿਆ ਜੀ। ਉਹਨੇ ਕਹਿ ਦਿੱਤਾ ਕਿ ਇਹ ਲੋਕ ਇਹ ਚਾਹੁੰਦੇ ਸੀਗੇ, ਮੇਰੇ ਸੱਟ ਜਿਹੜੀ ਲੱਗੀ ਹੈ, ਇਹ ਚਾਹੁੰਦੇ ਸੀ ਕਿ ਮੈਂ ਚੋਣ ਪ੍ਰਚਾਰ ਨਾ ਕਰ ਸਕਾਂ। ਉਹ ਹਸਪੀਟਲ ਦੇ ਵਿੱਚ ਵੀ ਪਈ ਹੈ। ਹਸਪੀਟਲ ਦੇ ਉਹਦੇ ਵਿੱਚ ਜਦੋਂ ਪਈ ਸੀਗੀ ਉਸ ਵੇਲੇ ਜਿਹੜੇ ਉਹਦੇ ਸਮਰਥਕ ਹੈ ਉਹ ਬੰਗਾਲ ਦੀਆਂ ਗਲੀਆਂ 'ਚ ਨਿਕਲ ਆਏ ਸੀ। ਕੁਝ ਇੱਕ ਥਾਵਾਂ ਤੇ ਵਾਇਲੈਂਸ ਵੀ ਹੋਈ। ਉਹਨੇ ਆਪਣੇ ਜਿਹੜੇ ਹੈਗੇ ਸਮਰਥਕ ਉਹਨਾਂ ਨੂੰ ਅਪੀਲ ਵੀ ਕੀਤੀ ਕਿ ਸ਼ਾਂਤੀ ਬਣਾਈ ਰੱਖੋ। ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਤੁਸੀਂ ਹੋਰ ਸਮਾਂ ਆਰਾਮ ਕਰੋ, ਪਰ ਉਹਨੇ ਕਹਿਤਾ ਨਹੀਂ, ਮੈਂ ਤਾਂ ਆਪਣੀ ਕੰਪੇਨ ਤੇ ਜਾਣਾ। ਹੁਣ ਮਮਤਾ ਬੈਨਰਜੀ ਜਿਸ ਕੰਪੇਨ ਤੇ ਗਈ ਹੋਈ ਹੈ ਜੀ, ਉਹਦਾ ਸਾਧਨ ਸਭ ਤੋਂ ਵੱਡਾ ਕੀ ਹੈ? ਚਲੋ ਗੱਡੀ ਵਗੈਰਾ ਤੇ ਤਾਂ ਜਾਂਦੀ ਹੈ, ਪਰ ਜਿੱਥੇ ਵੀ ਮੰਚ ਤੇ ਬੈਠਦੀ ਹੈ ਉਹਦੇ ਪਲਾਸਟਰ ਲੱਗਿਆ ਹੋਇਆ ਹੈ ਜੀ। ਵੀਲ ਚੇਅਰ ਤੇ ਬਹਿੰਦੀ ਹੈ ਔਰ ਆਪਣਾ ਉਹਨੇ ਪੈਰ ਅੱਗੇ ਰੱਖਿਆ ਹੁੰਦਾ ਹੈ ਜਿੱਥੇ ਪਲਾਸਟਰ ਲੱਗਿਆ ਹੋਇਆ। ਉਹਦੇ ਨਾਲ ਉਹਦੇ ਪ੍ਰਤੀ ਇੱਕ ਹਮਦਰਦੀ ਦੀ ਲਹਿਰ ਚੱਲ ਪਈ ਜੀ। ਉਸ ਹਮਦਰਦੀ ਦੀ ਲਹਿਰ ਤੋਂ ਇਲਾਵਾ ਕਿਸਾਨ ਅੰਦੋਲਨ ਹੈ ਜਿਹੜਾ ਸਾਂਝਾ ਕਿਸਾਨ ਸੰਘਰਸ਼ ਮੋਰਚਾ ਹੈ, ਇਹਦੇ ਆਗੂ ਵੀ ਉੱਥੇ ਚਲੇ ਗਏ ਔਰ ਇਹਦੇ ਆਗੂਆਂ ਨੂੰ ਵੀ ਲੋਕਾਂ ਨੇ ਪਲਕਾਂ ਤੇ ਉਠਾਇਆ ਹੋਇਆ ਜੀ। ਲੋਕ ਇਹਨਾਂ ਦੇ ਨਾਲ ਵੀ ਜੱਜ ਕੇ ਲੱਗੇ ਹੋਏ। ਉਹਦਾ ਅਸਰ ਇਹਨਾਂ ਦੀ ਅਪੀਲ ਦਾ ਹੋਇਆ ਕਿ ਵੋਟਾਂ ਜਿਹਨੂੰ ਮਰਜ਼ੀ ਪਾ ਦਿਓ, ਲੇਕਿਨ BJP ਨੂੰ ਹਰਾਓ। ਤੇ ਜੇ BJP ਨੂੰ ਹਰਾਓ ਦਾ ਮਤਲਬ ਹੈ ਤਾਂ BJP ਨੂੰ ਹਰਾਊ ਕੌਣ? ਇਹ ਸਾਰੇ ਸਮਝਦੇ ਹੈ ਕਿ ਮਮਤਾ ਬੈਨਰਜੀ ਜ਼ਿਆਦਾ ਤਕੜੀ ਹੈ ਲੈਫਟ ਵਾਲਿਆਂ ਨਾਲੋਂ ਤੇ ਕਾਂਗਰਸ ਨਾਲੋਂ, ਇਸ ਕਰਕੇ ਵੋਟਾਂ ਉਧਰ ਨੂੰ ਜਾਣਗੇ। ਸ਼ੁਰੂ ਦੇ ਵਿੱਚ ਅਮਿਤ ਸ਼ਾਹ ਨੇ, ਤੁਸੀਂ ਯਾਦ ਹੋਣਾ, ਤੁਹਾਡੇ ਆਪਾਂ ਜ਼ਿਕਰ ਵੀ ਕੀਤਾ ਸੀ ਜੀ, ਉਹਨਾਂ ਨੇ ਕਿਹਾ ਸੀ ਕਿ 294 ਸੀਟਾਂ ਚੋਂ ਅਸੀਂ ਘੱਟੋ ਘੱਟ 200 ਜਿੱਤਾਂਗੇ, ਪੂਰੀਆਂ ਲਕੀਰਾਂ ਖਿੱਚਦੀਆਂ ਸੀ। ਹਾਂ, ਤੇ ਕੱਲ ਅਮਿਤ ਸ਼ਾਹ ਨੇ ਫਿਰ ਉੱਥੇ ਜਿਹੜਾ ਇੱਕ ਚੜ੍ਹਾਈ ਤੇ ਸੀ ਬੰਗਾਲ ਦੀ ਤੇ ਕਿ ਜੀ ਰੈਲੀਆਂ ਕਰਨੀਆਂ। ਇੱਕ ਜਿਹੜੀ ਉਹਨੇ ਪਹਿਲੀ ਰੈਲੀ ਕਰਨੀ ਸੀ ਜੀ, ਉਸ ਰੈਲੀ ਦੇ ਵਿੱਚ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ, ਬਹੁਤ ਇਕੱਠੇ ਹੋ ਗਏ ਲੋਕ। ਅੱਛਾ ਜੀ, ਬਹੁਤ ਇਕੱਠੇ ਹੋ ਗਏ ਤੇ ਅਮਿਤ ਸ਼ਾਹ ਦਾ ਹੈਲੀਕਾਪਟਰ ਉਡੀਕਦੇ ਸੀ।
ਪਰ ਇਸੇ ਸਮੇਂ ਦੌਰਾਨ ਪ੍ਰਬੰਧਕਾਂ ਨੇ ਦੱਸਤਾ ਵੀ ਅਮਿਤ ਸ਼ਾਹ ਜੀ ਹਜ਼ਾਰਾਂ ਨਹੀਂ ਬੰਦੇ ਤਾਂ ਸੈਂਕੜੇ ਹੈ, ਬੰਦੇ ਨਹੀਂ ਬਾਲੇ ਇਕੱਠੇ ਹੋਏ। ਤੇ ਅਮਿਤ ਸ਼ਾਹ ਨੇ ਕਹਿਤਾ ਜੀ ਮੇਰੇ ਤਾਂ ਹੈਲੀਕਾਪਟਰ 'ਚ ਨੁਕਸ ਪੈ ਗਿਆ। ਅੱਛਾ। ਤੇ ਇਹ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ, ਉਹ ਮੀਟਿੰਗ ਰੱਦ ਕਰਤੀ। ਪਰ ਉਹ ਤੋਂ ਬਾਅਦ ਅਮਿਤ ਸ਼ਾਹ ਕਿੱਥੇ ਗਿਆ? ਇੱਕ ਹੋਰ ਰੈਲੀ ਥੋੜੇ ਸਮੇਂ ਬਾਅਦ ਉਹ ਚਲਾ ਗਿਆ। ਸਵਾਲ ਹੈ ਕਿ ਜੀ ਉਦੋਂ ਹੈਲੀਕਾਪਟਰ ਮਿਲ ਗਿਆ ਸੀ ਦੂਜੀ ਰੈਲੀ 'ਚ ਜਾਣ ਵਾਸਤੇ, ਇੱਥੇ ਨਹੀਂ ਮਿਲਦਾ ਸੀ? ਅਮਿਤ ਸ਼ਾਹ ਸਧਾਰਨ ਬੰਦਾ ਨਹੀਂ, ਉਹ ਦੇਸ਼ ਦਾ ਗ੍ਰਹਿ ਮੰਤਰੀ ਹੈ। ਜਿਸ ਲਾਬੀ ਦੇ ਨਾਲ ਉਹਨਾਂ ਦੀ ਲਿਹਾਜ਼ ਹੈ, ਉਹ ਲੌਬੀ ਉਹ ਹੈ ਜਿਹਨੂੰ ਅਸੀਂ ਕਾਰਪੋਰੇਟ ਲੌਬੀ ਕਹਿ ਦਿੰਦੇ ਹਾਂ। ਉਹ ਤਾਂ ਭਾਵੇਂ ਜਿੱਥੋਂ ਮਰਜ਼ੀ 2 ਮਿੰਟਾਂ 'ਚ ਭਾਵੇਂ ਧਰਤੀ 'ਚੋਂ ਪੈਦਾ ਕਰਨ, ਜਿੱਥੋਂ ਮਰਜ਼ੀ ਕਰਨ, ਉਹਨਾਂ ਕੋਲ ਆਪਣੇ ਜਹਾਜ਼ ਹੈ, ਉਹ ਭੇਜ ਸਕਦੇ ਸੀ। ਪਰ ਉੱਥੇ ਨਾ ਜਾਣ ਦਾ ਵੱਡਾ ਕਾਰਨ ਅਮਿਤ ਸ਼ਾਹ ਦਾ ਇਹ ਸੀ, ਬੰਦੇ ਹੈ ਨਹੀਂ ਸੀ, ਕਿਉਂਕਿ ਬੰਦੇ ਹੈ ਨਹੀਂ ਸੀ। ਤੇ ਜੇ ਹਾਲਾਤ ਇਹ ਬਣ ਗਏ, ਕਿੰਨੇ ਦਿਨ ਹੋਏ ਜੀ? ਬੁੱਧਵਾਰ ਨੂੰ ਸੱਟ ਲੱਗੀ ਉਹਦੇ ਜੀ, ਮਮਤਾ ਬੈਨਰਜੀ ਦੇ ਬੁੱਧਵਾਰ ਨੂੰ ਸੱਟ ਲੱਗੀ ਹੈ। ਤੇ ਬੁੱਧਵਾਰ ਤੋਂ ਲੈ ਕੇ ਸੋਮਵਾਰ ਤੱਕ ਇਹ ਸਥਿਤੀ ਬਣ ਗਈ ਜੀ ਕਿ ਅਮਿਤ ਸ਼ਾਹ ਵਰਗਾ ਜਿਹੜਾ ਉਹਨਾਂ ਦਾ ਸਟਾਰ ਪ੍ਰਚਾਰਕ ਹੈ, ਲੋਕ ਉਹਨੂੰ ਵੀ ਸੁਣਨ ਵਾਸਤੇ ਨਾ ਹੋਣ। ਇਹ ਵੱਡੀ ਗੱਲ ਹੈ। ਹੁਣ ਤਾਂ ਹੋਰ ਵੀ ਗੱਲਾਂ ਪਤਾ ਲੱਗੀ ਜਾਂਦੀਆਂ, ਕਹਿੰਦੇ ਜੀ ਪਿੰਡਾਂ ਦੇ ਵਿੱਚ ਲੋਕ ਕੁੱਟਣ ਲੱਗ ਗਏ ਬੀਜੇਪੀ ਦੇ ਵਰਕਰਾਂ ਨੂੰ। ਮਾੜੀ ਗੱਲ ਹੈ ਫਿਰ ਤਾਂ ਜੀ। ਇੱਕ ਪਿੰਡ ਦੇ ਵਿੱਚ ਬੀਜੇਪੀ ਦੇ ਵਰਕਰ ਗਏ, ਸ਼ਾਇਦ ਗੋਰਖਾ ਲੈਂਡ 'ਚ ਹੋਣਾ, ਪਰ ਜਾਂ ਪਤਾ ਨਹੀਂ ਕਿੱਥੇ ਹੈ, ਉੱਪਰ ਗੋਰਖਾ ਲੈਂਡ ਹੀ ਪਾਈ ਹੈ ਨਾ, ਦਾਰਜਲਿੰਗ ਪਾਸੇ। ਹਾਂਜੀ, ਉਸ ਪਾਸੇ ਉਹਨਾਂ ਨੇ ਬੀਜੇਪੀ ਦੇ ਬੰਦਿਆਂ ਨੂੰ ਕੁੱਟ-ਕੁੱਟ ਕੇ ਪਿੰਡ 'ਚੋਂ ਭਜਾਇਆ। ਅੱਛਾ ਜੀ। ਮਤਲਬ ਇੰਨੀ ਨਫ਼ਰਤ ਵਾਲੀ ਸਥਿਤੀ ਹੋਈ ਪਈ ਹੈ। ਫਿਰ ਇਸ ਕਰਕੇ ਆਪਾਂ ਹੁਣ ਇਹ ਜੋ ਮਰਜ਼ੀ ਕਹੀ ਜਾਣ, ਜਿਹੜਾ ਆਪਣਾ ਗੁਲਾਮ ਮੀਡੀਆ ਹੈ, ਇਹ ਜੀ ਬਣ ਗਈ ਗੱਲ ਹੀ ਕੁਛ ਨਹੀਂ। ਅੱਜ ਵੀ ਤੁਸੀਂ ਦੇਖਣ, ਮੈਂ ਗੁਲਾਮ ਮੀਡੀਆ ਦਾ ਇੱਕ ਚੈਨਲ ਦੇਖ ਰਿਹਾ ਸੀ ਜੀ, ਉਹ ਕਹਿੰਦੇ ਸੀ ਮਮਤਾ ਦੇ ਦਰਬਾਰ, ਮਮਤਾ ਦੇ ਦੁਆਰ, ਬੀਜੇਪੀ ਦੀ ਲਲਕਾਰ। ਲਲਕਾਰ ਮਤਲਬ ਟੀਵੀ ਚੈਨਲਾਂ ਤੇ ਲਲਕਾਰ ਹੈ, ਪਰ ਗਰਾਊਂਡ ਤੇ ਤਾਂ ਲਲਕਾਰ ਨਹੀਂ ਹੁੰਦੀ। ਗਰਾਊਂਡ ਤੇ ਤਾਂ ਇਹ ਵੀ ਆਪਦੀ ਚਮੜੀ ਬਚਾਉਣ ਤੇ ਲੱਗੇ ਪਏ ਕਿ ਲੋਕ ਕੁੱਟਣ ਨਾ। ਤੇ ਜੇ ਗ੍ਰਹਿ ਮੰਤਰੀ ਨੂੰ ਆਪਣੀ ਹਵਾਈ ਜਹਾਜ਼ ਜਿਹੜੀ ਮੀਟਿੰਗਾਂ ਕੈਂਸਲ ਕਰਨੀਆਂ ਪੈਣ, ਤਾਂ ਫਿਰ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਧਰ ਨੂੰ ਜਾ ਰਹੀ ਹੈ ਗੱਲ ਜੀ। ਸੋ ਗੱਲ ਬੀਜੇਪੀ ਦੀ ਕੀਤੀ ਸੀ। ਹੁਣ ਜਦੋਂ ਬੀਜੇਪੀ ਤੇ ਜੇਜੇਪੀ ਦਾ ਢਿੱਲੋਂ ਸਾਹਿਬ ਹਰਿਆਣੇ 'ਚ ਸਮਾਜਿਕ ਬਾਈਕਾਟ ਹੋ ਗਿਆ, ਤੇ ਫਿਰ ਉਹਨਾਂ ਨੂੰ ਕਹਿੰਦੇ ਵਿਧਾਨ ਸਭਾ 'ਚ ਮਤਾ ਲਿਆਉਣਾ ਪਿਆ। ਵਿਧਾਨ ਸਭਾ ਦੇ ਵਿੱਚ ਜਿਹੜੇ ਮਤੇ ਆਏ ਆ ਜੀ, ਕੱਲ 2-3 ਉਹਨਾਂ ਨੇ ਲਿਆਂਦੇ ਹੈ, ਔਰ ਇਹ ਮਤੇ ਪੇਸ਼ ਕੀਤੇ ਖੁਦ ਮੁੱਖ ਮੰਤਰੀ ਨੇ ਆਪ ਹੀ। ਇੱਕ ਤਾਂ ਮਤਾ ਇਹ ਲਿਆਂਦਾ ਹੈ ਕਿ ਜਿਹੜੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ ਕਿ ਜੇਜੇਪੀ ਦੇ ਹੁਣ ਤੇ ਚਾਹੇ ਬੀਜੇਪੀ ਦੇ MLA, ਜਿਨ੍ਹਾਂ 55 MLAs ਨੇ ਬੇਵਸਾਹੀ ਮਤੇ ਦੇ ਖਿਲਾਫ ਵੋਟ ਪਾਈ ਹੈ ਤੇ ਮਨੋਹਰ ਲਾਲ ਖੱਟਰ ਦੇ ਹੱਕ ਵਿੱਚ ਪਾਈ ਹੈ ਜੀ, ਉਹਨਾਂ ਬੰਦਿਆਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ। ਉਹਨਾਂ ਦਾ ਸਮਾਜਿਕ ਬਾਈਕਾਟ ਪੱਕਾ ਹੈ ਜੀ। ਇੱਥੋਂ ਤੱਕ ਸਮਾਜਿਕ ਬਾਈਕਾਟ ਹੋ ਗਿਆ ਕਿ ਜਿਹੜਾ ਡਿਪਟੀ ਮੁੱਖ ਮੰਤਰੀ ਹੈ ਦੁਸ਼ਯੰਤ ਸਿੰਘ ਚੌਟਾਲਾ ਦਾ ਜਿਹੜਾ ਹਲਕਾ ਜਿੱਥੋਂ MLA ਹੈ ਜੀ, ਮੇਰਾ ਖਿਆਲ ਉਚਾਣਾ ਤੋਂ MLA, ਉਚਾਣਾ ਦੇ ਵਿੱਚ ਜਿਹੜਾ ਉਹਨਾਂ ਦਾ ਆਫਿਸ ਹੈ, ਉਸ ਆਫਿਸ ਦੇ ਵਿੱਚ 1-2 ਦਿਨ ਉਹਨਾਂ ਦਾ ਜਿਹੜਾ ਹੈਗਾ PA ਜਾਂ ਉਹਨਾਂ ਦਾ ਕੋਈ OSD ਵਗੈਰਾ ਜੀ, ਉਹ ਆ ਕੇ ਲੋਕਾਂ ਤੋਂ ਦਰਖਾਸਤਾਂ ਵਗੈਰਾ ਲੈਂਦਾ ਹੁੰਦਾ ਸੀ, ਉਹਨਾਂ ਦੇ ਦੁੱਖ ਸੁੱਖ ਸੁਣਦਾ ਹੁੰਦਾ ਸੀ। ਤੇ ਲੋਕਾਂ ਨੇ ਕੱਲ੍ਹ ਜਦੋਂ ਪਤਾ ਲੱਗਿਆ ਜੀ ਉਹਨਾਂ ਦਾ ਜਿਹੜਾ ਹੈਗਾ ਅਧਿਕਾਰੀ ਉੱਥੇ ਆਇਆ ਵਾ ਜੀ, ਤੇ ਲੋਕ ਭੱਜ ਕੇ ਚੱਲ ਪਏ ਜੀ, ਲੈ ਕੇ ਡੰਡੇ ਸੋਟੇ। ਅੱਛਾ, ਅਰਜ਼ੀਆਂ ਲੈ ਕੇ ਪਹੁੰਚ ਗਏ। ਅਰਜ਼ੀਆਂ ਨਹੀਂ ਲੈ ਕੇ, ਮੈਂ ਕਹੂੰਗਾ ਪਰਚੇ ਲੈ ਕੇ ਪਹੁੰਚ ਗਏ। ਅੱਛਾ ਜੀ, ਵੀ ਤੁਸੀਂ ਸਾਡੇ ਤੇ ਪਰਚੇ ਕੱਢ ਦਿਓ ਤੇ ਆ ਪਰਚੇ ਅਸੀਂ ਦਿੰਨੇ ਆ ਤੁਹਾਨੂੰ। ਉਹ ਜਿਵੇਂ ਕਿਹਾ ਸੀ ਪਹਿਲੇ ਸ਼ੁਰੂ 'ਚ ਹੀ ਕਿਹਾ ਸੀ ਨਾ, ਜੀਂਦ ਦੇ ਇਲਾਕੇ ਦੇ ਵਿੱਚੋਂ ਇੱਕ ਖਬਰ ਆ ਗਈ ਸੀ ਕਿ ਹੁਣ ਪਿੰਡਾਂ 'ਚ ਨਾ ਬੜੇ ਥੋੜਾ ਅਸੀਂ ਸਵਾਗਤ ਕਰਾਂਗੇ ਜੀ ਜੀ। ਤੇ ਮੈਂ ਉਹਦੇ ਕਿਹਾ ਸੀ ਕਿ ਚਾਕੂ ਆਪਣਾ ਕਾਜੂ ਬਦਾਮਾਂ ਨਾਲ ਨਹੀਂ ਹੋਣਾ, ਹੁਣ ਤਾਂ 6-6 ਫੁੱਟੀਆਂ ਡਾਂਗਾਂ ਨਾਲ ਹੋਣਾ ਤੇ ਉਹ ਮੌਰ ਸੇਕ ਦੇਣਗੇ। ਕੱਲ ਜੀ ਉਹ ਲੋਕ ਮੌਰ ਸੇਕਣ ਵਾਸਤੇ ਚਲੇ ਗਏ। ਪੁਲਿਸ ਬਥੇਰੀ ਅੱਗੇ ਆਈ ਵੀ ਤੁਸੀਂ ਇਹ ਕੰਮ ਨਾ ਕਰੋ, ਪਰ ਉਹ ਕਹਿੰਦੇ ਨਹੀਂ। ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਅਸੀਂ ਸਮਾਜਿਕ ਬਾਈਕਾਟ ਕੀਤਾ ਤੇ ਦਫ਼ਤਰ ਖੋਲਿਆ ਕਿਉਂ? ਸਾਡੇ ਇਲਾਕੇ ਸਾਨੂੰ ਇਹ ਦਫ਼ਤਰ ਨਹੀਂ ਚਾਹੀਦਾ। ਜੇ ਡਿਪਟੀ ਮੁੱਖ ਮੰਤਰੀ ਦੇ ਹਲਕੇ ਦੀ ਹਾਲਤ ਹੈ ਤਾਂ ਅੰਦਾਜ਼ਾ ਲਾਓ ਸਾਰੇ ਪੰਜਾਬ ਸਾਰੇ ਹਰਿਆਣੇ ਦੀ ਹਾਲਤ ਕੀ ਹੋ। ਅਖੀਰ ਜੀ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਦੇ ਆਫਿਸ ਨੂੰ ਜਿੰਦਾ ਲਾਤਾ ਜੀ। ਅੱਛਾ, ਜੇ ਡਿਪਟੀ ਮੁੱਖ ਮੰਤਰੀ ਦੇ ਆਫਿਸ ਨੂੰ ਜਿੰਦਾ ਲੱਗ ਗਿਆ ਤਾਂ ਤੁਸੀਂ ਦੇਖੋ ਕੀ ਹੈ। ਇਹੀ ਕਾਰਨ ਹੈ ਕਿ ਫਿਰ ਮਨੋਹਰ ਲਾਲ ਖੱਟਰ ਨੇ ਕਿਹਾ ਜੀ ਅਸੀਂ ਇਹਦੀ ਨਿੰਦਾ ਕਰਦੇ ਹਾਂ। ਜਦੋਂ ਨਿੰਦਾ ਤੇ ਆਏ ਕਿ ਜੀ ਲਾਅ ਐਂਡ ਆਰਡਰ ਦਾ ਮਾਮਲਾ ਹੈ ਜੀ, ਭੁਪਿੰਦਰ ਸਿੰਘ ਜੇ ਕੋਈ ਬੰਦਾ ਇਹਨੂੰ ਨੁਕਸਾਨ ਪਹੁੰਚਾਊਗਾ ਜੀ, ਉਹਦੇ ਖਿਲਾਫ ਅਪਰਾਧਿਕ ਕਾਰਵਾਈ ਤਾਂ ਹੋਣੀ ਹੈ। ਇੱਕ ਹੋਰ ਕਾਰਵਾਈ ਵੀ ਹੋਊਗੀ। ਉਹ ਕਾਰਵਾਈ ਇਹ ਹੋਊਗੀ ਕਿ ਜਿਹੜਾ ਜਿੰਨੇ ਦਾ ਨੁਕਸਾਨ ਹੋਊਗਾ ਉਹ ਨੁਕਸਾਨ ਦੀ ਵਸੂਲੀ ਵੀ ਉਹਨਾਂ ਤੋਂ ਕੁਰਕੀ ਕਰਾਂਗੇ। ਹਾਂ, ਕੁਰਕੀ ਵਸੂਲੀ ਵਾਲੀ ਗੱਲ ਕਹੇ, ਜ਼ਮੀਨ ਜਾਇਦਾਦ ਨਿਲਾਮ ਕਰਕੇ ਜੋ ਵੀ ਹੋ ਗਿਆ। ਹਾਂ, ਤੁਹਾਡੇ ਯਾਦ ਹੋਣਾ ਇਹ ਕੁਰਕੀ ਕਿੱਥੇ ਹੁੰਦੀ ਹੈ? ਪੰਜਾਬ 'ਚ ਨਹੀਂ ਕੁਰਕੀ ਹੋ ਰਹੀ ਇਸ ਤਰ੍ਹਾਂ ਦੀ ਐਜੀਟੇਸ਼ਨਾਂ ਦੀ ਕਿੱਡੀ ਕਿ ਜਿੱਦਣ ਦੀ ਤੁਹਾਡੀ ਇਹ ਸਰਕਾਰ ਆਈ ਹੈ ਕੈਪਟਨ ਅਮਰਿੰਦਰ ਸਿੰਘ ਦੀ, ਮੇਰਾ ਖਿਆਲ ਹੈ ਵੀ ਰੋਜ਼ ਪਟਿਆਲੇ ਦੇ ਵਿੱਚ ਮੁਜ਼ਾਹਰਾ ਹੁੰਦਾ। ਬਿਲਕੁਲ, ਉੱਥੇ ਲਾਠੀ ਚਾਰਜ ਤਾਂ ਹੋ ਜਾਂਦਾ, ਪਰ ਇਹ ਨਹੀਂ ਆਇਆ ਕਿ ਕਦੇ ਕਿਸੇ ਦੀ ਜ਼ਮੀਨ ਕੁਰਕ ਕਰਨ ਵਾਲੇ ਪਾਸੇ। ਕੱਲ ਨੂੰ ਤਾਂ ਫਿਰ ਇਹ ਵੀ ਕਹਿਣਗੇ ਜਿਹੜੀ ਪੁਲਿਸ ਉੱਥੇ ਜਾਂਦੀ ਉਹਦਾ ਵੀ ਖਰਚਾ ਦਿਓ। ਪਾ ਸਕਦੇ ਕੱਲ ਨੂੰ ਇਹ ਤਾਂ ਪਾ ਹੀ ਸਕਦੇ ਕਿ ਪੰਜਾਬ ਤੇ ਨਹੀਂ ਪਿਆ।
ਪੰਜਾਬ ਨੇ ਦੇਸ਼ ਦੀ ਲੜਾਈ ਲੜੀ ਸੀ, ਸਾਰੇ ਕਹਿੰਦੇ ਸੀ, ਕਾਂਗਰਸ ਵਾਲੇ ਵੀ ਕਹਿੰਦੇ ਸੀ, ਬੀਜੇਪੀ ਵਾਲੇ ਵੀ ਕਹਿੰਦੇ ਸੀ, ਪਰ ਉਹ ਸਾਰੇ ਦਾ ਸਾਰਾ ਹੁਣ ਤਾਂ ਸਰਕਾਰੀ ਮਸ਼ੀਨਰੀ ਨੂੰ ਜਾਣ ਦੀ ਇਜਾਜ਼ਤ ਹੈ। ਤੇ ਜੇ ਹਾਲਤ ਇਹੀ ਰਹੀ ਤਾਂ ਉਹਨਾਂ ਨੇ ਕਹਿ ਦੇਣਾ ਜੀ ਚੰਗਾ ਫਿਰ ਹੁਣ ਸਰਕਾਰੀ ਕਰਿੰਦੇ ਵੀ ਪਿੰਡਾਂ 'ਚ ਨਾ ਵੜਨ। ਬਿਲਕੁਲ। ਔਰ ਪਿੰਡ ਜਿਹੜਾ ਹੈਗਾ ਇਹ ਤਾਂ ਤੁਸੀਂ ਇਹ ਦੇਖੋ ਕਿ ਇਹਦਾ ਅਸਰ ਕਿੰਨਾ ਹੋਇਆ। ਇਹਦਾ ਅਸਰ ਬਹੁਤ ਜ਼ਿਆਦਾ ਹੋਇਆ ਜੀ। ਇਹਦਾ ਅਸਰ ਤੁਸੀਂ ਇੱਥੋਂ ਤੱਕ ਦੇਖ ਲਓ ਕਿ ਮੇਘਾਲਿਆ ਦੇ ਗਵਰਨਰ ਜੀ ਸਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨੀ ਨਾਲ ਗੱਲਬਾਤ ਕਰੋ, ਉਹਨਾਂ ਦੀਆਂ ਮੰਗਾਂ ਮੰਨ ਲਓ, ਉਹਨਾਂ ਨੂੰ ਖਾਲੀ ਨਾ ਮੋੜਿਓ, ਉਹਨਾਂ ਨੂੰ ਮਿਨੀਮਮ ਜਿਹੜਾ ਹੈਗਾ ਪ੍ਰਾਈਸ ਹੈ ਉਹ ਦਿਓ। ਤੇ ਉਹਨੇ ਕਿਹਾ ਸੀ ਖਾਲੀ ਨਾ ਮੋੜਿਓ, ਜੇ ਇਹਨਾਂ ਨੂੰ ਖਾਲੀ ਮੋੜਤਾ ਤੇ ਬਹੁਤ ਭਿਆਨਕ ਸਾਬਤ ਹੋ ਸਕਦੀ। ਉਹਨਾਂ ਨੇ ਇਹ ਵੀ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜੀ ਜਦੋਂ ਰਾਕੇਸ਼ ਟਕੈਤ ਨੂੰ ਗ੍ਰਿਫਤਾਰ ਕਰਨ ਲੱਗੇ ਸੀ, ਮੈਂ ਉਦੋਂ ਵੀ ਵਾਰਨਿੰਗ ਦਿੱਤੀ ਸੀ ਕਿ ਵੇਖਿਓ ਕਿਤੇ ਅਜਿਹੀ ਗੱਲ ਨਾ ਕਰ ਲਿਓ, ਇਹਨੂੰ ਗ੍ਰਿਫਤਾਰ ਨਾ ਕਰ ਲਿਓ। ਫਿਰ ਅਗਲੀ ਗੱਲ ਵੀ ਕਹਿਤੀ ਜੀ, ਕਹਿੰਦੇ ਮੈਂ ਕਿਹਾ ਤਾਂ ਮੈਂ ਵੀ ਸੀ ਪ੍ਰਧਾਨ ਮੰਤਰੀ ਨੂੰ ਤੇ ਬਾਕੀ ਸਾਰਿਆਂ ਨੂੰ, ਵੱਡੇ ਲੋਕਾਂ ਨੂੰ, ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਓ, ਪਰ ਕਹਿੰਦੇ ਵੀ ਹਾਲਤ ਇਹ ਹੈ ਕਿ ਮੇਰੀ ਗੱਲ ਤਾਂ ਕਿਸੇ ਨੇ ਮੰਨੀ ਨਹੀਂ। ਇੱਕ ਪੱਤਰਕਾਰ ਹੈ ਕਹਿੰਦੇ ਪ੍ਰਧਾਨ ਮੰਤਰੀ ਦੇ ਬਹੁਤ ਕਰੀਬ ਆ ਉਹ। ਅੱਛਾ ਜੀ। ਕਹਿੰਦੇ ਮੈਂ ਹੁਣ ਉਹਨੂੰ ਸਿਫਾਰਿਸ਼ ਕੀਤੀ ਹੈ ਵੀ ਤੂੰ ਹੀ ਜਾ ਕੇ ਕੁਝ ਸਮਝਾ। ਉਹ ਪੱਤਰਕਾਰ ਹੁਣ ਕੌਣ ਹੋਇਆ, ਕਿਹੜਾ ਨੇੜੇ ਹੋਇਆ ਪ੍ਰਧਾਨ ਮੰਤਰੀ ਦੇ? ਇਹ ਤਾਂ ਮੇਰਾ ਖਿਆਲ ਹੈ ਫਿਰ ਉਹੀ ਲੱਗਦਾ ਹੈ ਬੰਬੇ ਵਾਲਾ ਅਰਨਬ ਗੋਸਵਾਮੀ। ਹਾਂ, ਬੰਬੇ ਵਾਲਾ ਜਿਹਨੂੰ ਜਾਲੀਆਂ ਵਿੱਚ ਦੀ ਝਾਕਣ ਲਾਇਆ ਸੀ। ਹਾਂ ਉਹ ਹੋਣਾ ਉਸੇ ਦੀ ਕਰਕੇ। ਦੂਜੀ ਗੱਲ ਕੀ ਹੈ ਕਿ ਸਤਿਆਪਾਲ ਮਲਿਕ ਨੇ ਇਹ ਗੱਲ ਕਹੀ ਕਿੱਥੇ, ਮੈਂ ਵੀ ਥੋੜਾ ਜਿਹਾ ਸਪਸ਼ਟ ਕਰ ਦੇਵਾਂ ਕਿ ਸਤਿਆਪਾਲ ਮਲਿਕ ਬੀਜੇਪੀ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਸੀ ਜੀ, ਪਰ ਉਹਦਾ ਪਿਛੋਕੜਾ RSS ਵਾਲਾ ਨਹੀਂ। ਤਾਂਹੀਏ ਬੋਲਦਾ ਨਾ, ਉਹਦਾ ਪਿਛੋਕੜਾ RSS ਵਾਲਾ ਨਹੀਂ, ਉਹ ਸੋਸ਼ਲਿਸਟ ਵਿਚਾਰਧਾਰਾ ਨਾਲ ਸੰਬੰਧਿਤ ਹੈ ਜੀ, ਜਿਹਦੇ ਨਾਲ ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਯਾਦਵ ਵਗੈਰਾ ਇਹ ਹੈ। ਇਹ ਜਿਹੜੇ ਸੋਸ਼ਲਿਸਟ ਵਿਚਾਰਧਾਰਾ ਵਾਲੇ ਲੋਕ ਹੈ, ਇਹ ਰਾਮ ਮਨੋਹਰ ਲੋਹੀਆ ਦੇ ਚੇਲੇ ਹੈ। ਤੇ ਲੋਹੀਆ ਦੇ ਚੇਲੇ ਜਿਹੜੇ ਹੈਗੇ ਬੋਲਣ ਚੱਲਣ ਦੇ ਵਿੱਚ ਥੋੜੇ ਜਿਹੇ ਖੁੱਲੇ ਹੁੰਦੇ, ਇਹ ਆਪਦੀ ਗੱਲ ਕਹਿ ਦਿੰਦੇ ਹੈ। ਤੇ ਦੂਜੀ ਗੱਲ ਮੇਰਾ ਖਿਆਲ ਹੈ ਵੀ ਹੋ ਸਕਦਾ ਵੀ ਮਲਿਕ ਸਾਹਿਬ ਨੂੰ ਇਹ ਪਤਾ ਲੱਗ ਗਿਆ ਹੋਵੇ ਕਿ ਜਿਵੇਂ ਕਿਰਨ ਬੇਦੀ ਨੂੰ ਟਿਕਟ ਕੱਟ ਕੇ ਫੜਾਤੀ ਸੀ ਕਿ ਅਬੀਬਾ ਚੜ ਜਾ ਜਹਾਜ਼ ਤੇ, ਉਹ ਕਹਿੰਦਾ ਮੈਂ ਆਪਦੀ ਪਹਿਲਾਂ ਹੀ ਕਿਉਂ ਨਾ ਜੇਬ ਚ ਪਾ ਲਾਂ, ਮੈਂ ਆਪਦੀ ਆਉਣਾ ਤਾਂ ਲੋਕਾਂ 'ਚ, ਕਿਉਂਕਿ ਜਿਹੜਾ ਬਿਆਨ ਦਿੱਤਾ ਨਾ ਉਹ ਮੜਕ ਵਾਲਾ ਨਹੀਂ ਜੀ। ਇਹ ਬਿਆਨ ਦਿੱਤਾ ਕਿੱਥੇ ਆ ਕੇ? ਇਹ ਬਿਆਨ ਉੱਥੇ ਮੇਘਾਲਿਆ 'ਚ ਨਹੀਂ ਦਿੱਤਾ, ਇਹ ਆਪਦੇ ਯੂਪੀ 'ਚ ਆ ਕੇ ਉੱਥੇ ਦਿੱਤਾ ਹੈ ਜਿੱਥੇ ਚੌਧਰੀ ਚਰਨ ਸਿੰਘ ਕਿਸੇ ਜ਼ਮਾਨੇ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਹੁੰਦਾ ਸੀ। ਬਾਗਪਤ ਆ ਕੇ ਦਿੱਤਾ ਹੈ। ਬਾਗਪਤ ਜਿਹੜਾ ਹੈਗਾ ਜਾਟਲੈਂਡ ਦੀ ਆਪਾਂ ਕਹਿ ਸਕਦੇ ਹਾਂ ਧੁੰਨੀ ਹੈ। ਉੱਥੇ ਆ ਕੇ ਜਿਹੜਾ ਬਿਆਨ ਦਿੱਤਾ ਹੈ ਤੇ ਇਹਦੇ ਅਰਥ ਉਹਨੂੰ ਪਤਾ ਵੀ ਲੋਕਾਂ ਨੂੰ, ਜਿਹੜਾ ਆਪਦੇ ਲੋਕਾਂ ਨੂੰ ਕੱਲ ਨੂੰ ਇਹਨਾਂ ਦੀ ਲੋੜ ਫੇਰ ਪੈਣੀ ਹੈ, ਇਹਨਾਂ 'ਚ ਵਿਚਰਨਾ ਹੈ, ਇਹਨਾਂ 'ਚ ਰਹਿਣਾ, ਇਹਨਾਂ ਨੂੰ ਆਪਦੇ ਦੁਸ਼ਮਣ ਨਾ ਬਣਾਈਏ। ਜੀ। ਤੇ ਚਲੋ ਸਭ ਬਾਈਬਲ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਿੱਥੇ ਕੁ ਪੁੱਜੀ ਹੈ ਜੀ? ਦੇਖੋ ਜਾਂਚ ਤਾਂ ਆਪਾਂ ਪਹਿਲਾਂ ਹੀ ਕਹਿੰਦੇ ਸੀ ਕਿ ਜਿੱਦਾਂ ਸਿਆਸੀ ਫੈਸਲਾ ਹੋ ਗਿਆ ਉਦੋਂ ਹੀ ਮੁਕੰਮਲ ਹੋ ਜੂਗੀ। ਅੱਛਾ ਜੀ। ਲੇਕਿਨ ਕੱਲ ਇਹਦਾ ਐਲਾਨ ਕਰ ਦਿੱਤਾ ਹੈ। ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸੀਨੀਅਰ ਮੈਂਬਰ ਹੈ ਜੀ, ਉਹਨਾਂ ਨੇ ਫਰੀਦਕੋਟ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ। ਅੱਛਾ ਜੀ। ਡਿਸਟ੍ਰਿਕਟ ਅਟਾਰਨੀ ਉਹਨਾਂ ਦੇ ਨਾਲ ਸੀ, ਉਹ ਵੀ ਸੀ। ਉਹਨਾਂ ਨੇ ਕਹਿ ਦਿੱਤਾ ਕਿ 2 ਸਾਲਾਂ ਦੀ ਜਦੋਜਹਿਦ ਤੋਂ ਬਾਅਦ ਅਸੀਂ ਆਪਣੀ ਜਾਂਚ ਮੁਕੰਮਲ ਕਰਕੇ ਸਾਰਾ ਜਿਹੜਾ ਹੈਗਾ ਤੱਥ ਮਾਮਲਾ ਉਹ ਜਿਹੜਾ ਹੈਗਾ ਤਿਆਰ ਕਰ ਲਿਆ ਜੀ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਤੋਂ ਪਹਿਲਾਂ 8 ਚਲਾਨ ਪੇਸ਼ ਕੀਤੇ ਜਾ ਚੁੱਕੇ ਹੈ। ਪਹਿਲਾ ਚਲਾਨ ਕੀਤਾ, ਫਿਰ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜੀ, ਔਰ ਅਗਲਾ ਜਿਹੜਾ ਹੈਗਾ ਚਲਾਨ 9ਵਾਂ ਚਲਾਨ ਉਹ ਬਿਲਕੁਲ ਤਿਆਰ ਹੈ ਜੀ, ਉਹ ਅਸੀਂ ਪੇਸ਼ ਕਰਾਂਗੇ। ਹੁਣ ਇਹ ਹੈ ਕਿ 9ਵੇਂ ਚਲਾਨ ਦੇ ਵਿੱਚ ਨਾ ਕਿਹਦਾ ਆਉਂਦਾ ਹੈ, ਉਹ ਚੱਕਰ ਹੈ। ਇਹ ਚੱਕਰ ਹੈ। ਪੱਤਰਕਾਰਾਂ ਨੇ ਪੁੱਛਣ ਦਾ ਯਤਨ ਕੀਤਾ ਕਿ ਜੀ ਦੱਸੋ ਕੀ ਹੈ, ਉਹਨੇ ਕਿਹਾ ਵੀ ਨਹੀਂ, ਇਹ ਮਾਮਲਾ ਅਦਾਲਤ 'ਚ ਹੀ ਜਾਊਗਾ ਜੀ। ਜਦੋਂ ਅਦਾਲਤ ਦੇ ਵਿੱਚ ਅਸੀਂ ਆਪਦੀ ਚਾਰਜ ਸ਼ੀਟ ਦਾਇਰ ਕਰਤੀ ਉਦੋਂ ਤੁਸੀਂ ਪੜ੍ਹ ਲਿਓ, ਦੇਖ ਲਿਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ। ਪਰ ਉਹਨਾਂ ਨੇ ਇੱਕ ਇਸ਼ਾਰਾ ਜਿਹਾ ਕਰਤਾ ਕਿ ਇਹਦੇ 'ਚ ਛੋਟੇ ਬੰਦੇ ਨਹੀਂ, ਬਹੁਤ ਵੱਡੇ ਨਾਂ ਹੈ ਜੀ, ਬਹੁਤ ਵੱਡੇ ਨਾਂ ਹੈ। ਫਿਰ ਉਹਨੇ ਪੁੱਛਿਆ ਵੀ ਇਹਦਾ ਕਾਰਨ ਕੀ ਸੀ, ਤੇ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਅਸਲ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਜੀ ਪੰਜਾਬ ਵਿਚਲੇ ਆਪਣੇ ਹੈੱਡਕੁਆਟਰ ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਜੀ ਆਪਣੇ 7 ਪ੍ਰੇਮੀਆਂ ਨੂੰ ਜਾਮੇ ਇਨਸਾਨ ਛਕਾਇਆ ਸੀ। ਜਿਵੇਂ ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ ਵਿਸਾਖੀ ਵਾਲੇ ਦਿਨ ਜੀ 1600 ਮੇਰੇ ਖਿਆਲ 1699 ਚ ਕਰਵਾਇਆ ਸੀ ਅਨੰਦਪੁਰ ਸਾਹਿਬ। ਉਸੇ ਤਰੀਕੇ ਇਹਨੇ ਸਾਰਾ ਗੱਲ ਕੀਤੀ ਹੈ ਤੇ ਤੁਹਾਨੂੰ ਪਤਾ ਵਿੱਚ ਸੀ ਹਾਂਜੀ ਵੀ ਇਹ ਮੇਰੇ ਖਿਆਲ 2007 ਦੀ ਗੱਲ ਹੈ। ਤੇ 2007 ਦੇ ਵਿੱਚ ਫਿਰ ਇੱਥੇ ਬਠਿੰਡੇ ਦੀਆਂ ਕਚਹਿਰੀਆਂ ਦੇ ਵਿੱਚ ਜਦੋਂ ਟੱਕਰ ਹੁੰਦੀ ਹੈ ਸਿੱਖਾਂ ਦੀ ਤੇ ਪ੍ਰੇਮੀਆਂ ਦੀ,
ਉਦੋਂ ਸਿੱਖ ਤਾਂ ਸਿਰਫ ਮੈਮੋਰੰਡਮ ਦੇਣ ਵਾਸਤੇ ਆਏ ਹਾਂ, ਸੀ ਤੇ ਇਹਨਾਂ ਕੋਲੇ ਡਾਂਗਾ ਸੁੱਟੇ ਉਹਨਾਂ ਸੀ, ਕੋਲੇ ਤਿਆਰੀਆਂ ਹਾਂ, ਇਹ ਡਾਂਗਾ ਸੀ, ਇਹਨਾਂ ਤੇ ਹਮਲਾ ਕੀਤਾ। ਉਹ ਤੋਂ ਬਾਅਦ ਫਿਰ ਡੇਰਾ ਮੁਖੀ ਦੇ ਖਿਲਾਫ ਇੱਕ ਪਰਚਾ ਵੀ ਦਰਜ ਹੋਇਆ ਸੀ। ਜੀ। ਪਰ ਉਸ ਪਰਚੇ ਦਾ ਹਸ਼ਰ ਕੀ ਹੋਇਆ ਸੀ ਉਹ ਤਾਂ ਪਤਾ ਹੀ ਹੈ। ਉਹ ਆਪਾਂ ਨੂੰ ਪਤਾ ਹੀ ਹੈ ਕਿ ਅਦਾਲਤ ਦੇ ਵਿੱਚ ਲਿਖ ਕੇ ਦੇਤਾ ਸੀ SHO ਕੋਤਵਾਲੀ ਨੇ ਕਿ ਜੀ ਇਹ ਕੇਸ ਜਿਹੜਾ ਹੈਗਾ ਸਾਡੇ ਕੋਲ ਕੋਈ ਸਬੂਤ ਹੈ ਨਹੀਂ। ਤੇ ਜਦੋਂ ਇਹ ਲਿਖ ਕੇ ਦਿੱਤਾ, ਸਰਕਾਰ ਕਿਹਦੀ ਸੀ ਉਦੋਂ? ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਸੋ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਸਲ ਦੇ ਵਿੱਚ ਗੱਲ ਦੀ ਸ਼ੁਰੂਆਤ ਉੱਥੋਂ ਹੋਈ ਹੈ। ਉਹ ਤੋਂ ਬਾਅਦ ਜਿਹੜਾ ਵਿਰੋਧ ਉੱਠਿਆ ਸੀ ਜੀ, ਉਸ ਵਿਰੋਧ ਨੂੰ ਨੱਥ ਪਾਉਣ ਵਾਸਤੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਜੀ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੀੜ ਚੋਰੀ ਹੁੰਦੀ ਹੈ ਜੀ, ਉਹ ਬੀੜ ਚੋਰੀ ਹੋਣ ਦਾ ਵੀ ਮਕਸਦ ਉਹਨਾਂ ਨੇ ਇਹੀ ਦੱਸਿਆ ਸੀਗਾ ਕਿ ਉਹ ਇਸ ਗੱਲ ਤੋਂ ਦੁਖੀ ਸੀ ਕਿ ਸਾਡੇ ਗੁਰੂ ਦੇ ਖਿਲਾਫ ਪਰਚਾ ਵੀ ਹੋਇਆ, ਸਾਡੇ ਗੁਰੂ ਦੀ ਜਿਹੜੀ ਉਹ ਫਿਲਮ ਹੈ ਉਹ ਵੀ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਉਹਨਾਂ ਨੇ ਸਿੱਖਾਂ ਨੂੰ ਚੁਰਾਉਣ ਵਾਸਤੇ ਗੱਲ ਕੀਤੀ ਸੀ ਕਿ ਅਸੀਂ ਬਹੁਤ ਤਾਕਤਵਰ ਹਾਂ, ਤੇ ਉਹ ਬੀੜ ਚੋਰੀ ਕੀਤੀ ਸੀ। ਬਾਅਦ ਦੇ ਵਿੱਚ ਉਸ ਬੀੜ ਦੇ ਜਿਹੜੇ ਅੰਗ ਹੈ ਉਹ ਬਰਗਾੜੀ ਦੇ ਵਿੱਚ ਖਿਲਰੇ ਮਿਲੇ ਸੀ। ਤਾਂ ਉਹ ਤੋਂ ਬਾਅਦ ਵੀ ਫਿਰ ਆਪਾਂ ਨੂੰ ਪਤਾ ਵੀ ਕਿਵੇਂ ਜਿਹੜੇ ਆਪਣੇ ਸਿੱਖ ਪ੍ਰਚਾਰਕ ਸੀ ਤੇ ਆਮ ਲੋਕ ਸੀ, ਉਹਨਾਂ ਨੇ ਬਰਗਾੜੀ ਤੋਂ ਲੈ ਕੇ ਕੋਟਕਪੂਰੇ ਤੱਕ ਕੱਢਿਆ ਸੀ ਮਾਰਚ ਕੱਢਿਆ ਔਰ ਫਿਰ ਧਰਨਾ ਦਿੱਤਾ ਸੀ। ਬਾਅਦ ਦੇ ਵਿੱਚ ਉਸ ਧਰਨੇ ਦੇ ਉੱਤੇ ਤਾਕਤ ਦੀ ਵਰਤੋਂ ਕੀਤੀ ਗਈ, ਉਹਦੇ 'ਚ ਡਾਂਗਾ ਸੁੱਟਕਾਂ ਵੀ ਮਾਰੀਆਂ ਗਈਆਂ, ਜ਼ਖਮੀ ਹੋਏ ਬੰਦੇ ਤੇ ਗੋਲੀ ਵੀ ਚੱਲੀ। ਅਗਲੇ ਦਿਨ ਗੋਲੀ ਜਿਹੜੀ ਹੈਗੀ ਹੈ ਚੱਲਦੀ ਹੈ ਅਰਲੀ ਦੀ ਮਾਰਨਿੰਗ ਚੱਲਦੀ ਹੈ ਕੋਟਕਪੂਰੇ ਤੇ ਦਿਨ ਚੜੇ ਜਿਹੜੀ ਹੈਗੀ ਦੁਪਹਿਰੋਂ ਬਾਅਦ, ਮਤਲਬ ਦੁਪਹਿਰ ਤੋਂ ਥੋੜਾ ਜਿਹਾ ਪਹਿਲਾਂ ਉਹ ਚੱਲਦੀ ਹੈ ਬਹਿਬਲ ਕਲਾਂ, ਜਿੱਥੇ 2 ਸਿੰਘ ਸ਼ਹੀਦ ਹੋ ਗਏ ਸੀ। ਉਦੋਂ ਉਸ ਮਾਮਲੇ ਨੂੰ ਮਿੱਟੀ ਘੱਟੇ 'ਚ ਪਾਤਾ ਸੀ। ਪਹਿਲੀ ਗੱਲ ਤਾਂ ਇਹ ਕਿ ਜਦੋਂ ਐਡੀ ਵੱਡੀ ਇਨਸੀਡੈਂਟ ਵਾਪਰ ਜੇ, 2 ਬੰਦੇ ਮਾਰੇ ਜਾਣ, FIR ਦਰਜ ਕੀਤੀ ਇੱਕ ਹਫ਼ਤੇ ਬਾਅਦ, ਤੇ ਜਿਹੜੀ FIR ਦਰਜ ਕੀਤੀ ਉਹਦੇ ਵਿੱਚ ਅਣਪਛਾਤੀ ਪੁਲਿਸ ਸੀ। ਪਹਿਲੀ ਵਾਰੀ ਪੁਲਿਸ ਅਣਪਛਾਤੀ ਹੋਈ ਸੀ। ਖੈਰ ਵੈਸੇ ਭਾਵੇਂ ਜੋਰਾ ਸਿੰਘ ਕਮਿਸ਼ਨ ਵੀ ਬਾਦਲ ਸਾਹਿਬ ਨੇ ਬਣਾਤਾ ਸੀ, ਪਰ ਉਹਨਾਂ ਦੀ ਉਹਨੂੰ ਕਿਸੇ ਨੇ ਪੜ੍ਹਨਾ ਮੁਨਾਸਿਬ ਨਹੀਂ ਸਮਝਿਆ। 17 'ਚ ਨਵੀਂ ਸਰਕਾਰ ਬਣਦੀ ਹੈ, ਅਮਰਿੰਦਰ ਸਰਕਾਰ ਨੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਦਿਆਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਾਤਾ ਸੀ। ਜਸਟਿਸ ਰਣਜੀਤ ਸਿੰਘ ਹੋਰਾਂ ਨੂੰ ਆਪਾਂ ਦੇਖਿਆ ਕਿ ਉਹ ਕਿਵੇਂ ਫੀਲਡ ਦੇ ਵਿੱਚ ਫਿਰ ਕੇ ਉਹਨਾਂ ਨੇ ਆਪਦੀ ਰਿਪੋਰਟ ਤਿਆਰ ਕੀਤੀ ਹੈ। ਉਸੇ ਰਿਪੋਰਟ ਦੇ ਆਧਾਰ ਦੇ ਉੱਤੇ ਫਿਰ ਜਿਹੜੀ ਹੈ ਪੰਜਾਬ ਦੀ ਵਿਧਾਨ ਸਭਾ ਨੇ SIT ਗਠਨ ਕਰਨ ਦੀ ਸਿਫਾਰਿਸ਼ ਕੀਤੀ ਸੀ, ਤੇ ਉਹ SIT ਦਾ ਗਠਨ ਹੋ ਗਿਆ। ਹੁਣ ਅਸਲ 'ਚ ਇਹ ਕਿ ਮੈਂ ਤੱਕ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਉਹ ਗੱਲ ਵਾਕਈ ਸੱਚੀ ਹੈ, ਲੇਕਿਨ ਇੱਕ ਅਖਬਾਰ ਹੈ ਪੰਜਾਬੀ ਟ੍ਰਿਬਿਊਨ। ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਅੱਜ ਖਬਰ ਲੱਗੀ ਵੀ ਹੈ, ਉਸ ਖਬਰ ਦੇ ਜਿਹੜਾ ਹੈਗਾ ਖਬਰ ਦੇ ਵਿੱਚ ਜਿਹੜਾ ਲਿਖਿਆ ਕਿ ਪੰਨਾ ਨੰਬਰ 41, ਅੱਛਾ ਜੀ, ਜਿਹੜੀ ਜਾਂਚ ਰਿਪੋਰਟ ਹੈ, ਜਿਹੜੀ ਜਾਂਚ ਰਿਪੋਰਟ ਦੇ ਪੰਨਾ ਨੰਬਰ 41 ਦੇ ਉੱਤੇ ਇਹ ਦਰਜ ਹੈ ਕਿ ਸਰਦਾਰ ਜਿਹੜੀ ਇਹ ਜੋ ਘਟਨਾਕ੍ਰਮ ਹੋਇਆ ਕੋਟਕਪੂਰੇ ਵਾਲਾ ਤੇ ਬਹਿਬਲ ਕਲਾਂ ਵਾਲਾ, ਇਹਦੀ ਇੱਕ ਸਾਜ਼ਿਸ਼ ਨਾਲ ਤਿਆਰ ਕੀਤਾ ਗਿਆ ਸੀ, ਤੇ ਇਸ ਸਾਜ਼ਿਸ਼ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵੀ ਸ਼ਮੂਲੀਅਤ ਇਹ ਗੱਲ ਕਹੀ ਹੈ। ਤੇ ਜੇ ਇਹ ਗੱਲ ਹੁਣ ਤੁਸੀਂ ਦੇਖੋ ਕਿ ਅਗਲੇ ਸਾਲ ਚੋਣਾਂ ਆਉਣ ਵਾਲੀਆਂ, ਸਾਲ ਤਾਂ ਇੱਕ ਤੋਂ ਵੀ ਘੱਟ ਹੀ ਰਹਿ ਗਿਆ ਸਮਝ ਲਓ, ਔਰ ਤਿਆਰੀ ਵੀ ਸ਼ੁਰੂ ਕਰਤੀ ਬਾਦਲ ਸਾਹਿਬ ਨੇ। ਉਹਨਾਂ ਨੇ ਕੈਂਡੀਡੇਟਾਂ ਦਾ ਐਲਾਨ ਵੀ ਸ਼ੁਰੂ ਕਰ ਦਿੱਤਾ। ਇਹਨੂੰ ਹੁਣ ਤੁਸੀਂ ਜੋੜ ਕੇ ਦੇਖੋ ਘਰ ਦੀ ਲੜਾਈ ਨਾਲ, ਕਿ ਇੱਕ ਪਾਸੇ ਜੇ ਇਹ ਗੱਲ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਟਨਾਕ੍ਰਮ ਦੇ ਵਿੱਚ ਦੀ ਸਾਜ਼ਿਸ਼ ਦੇ ਵਿੱਚ ਵੀ ਸ਼ਾਮਲ ਸੀ, ਤੇ ਦੂਜੇ ਪਾਸੇ ਪਰਿਵਾਰਕ ਲੜਾਈ, ਅਕਾਲੀ ਦਲ ਦੀ ਅੰਦਰਲੀ ਲੜਾਈ, ਇਹ ਅੰਜਾਮ ਕਿਤਨਾ ਖਤਰਨਾਕ ਹੋਗਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। ਇਹ ਤਾਂ ਢਿੱਲੋਂ ਸਾਹਿਬ ਆਪਣੀ ਪਹਿਲੀ ਖਬਰ ਤੇ ਅਖੀਰਲੀ ਜਿਹੜੀ ਮੁੱਦੇ ਦੀ ਚਰਚਾ ਨਾ, ਇਹ ਕਹਿੰਦੇ ਹੁੰਦੇ ਨਾ ਸੈਂਡਵਿਚ ਬਣਾਤਾ ਇਹਨੇ ਜੀ। ਇਹ ਦੇਖੋ ਕੀ ਉਗਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਸੋ ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਸ਼ਮਾਦਾਨ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ ਜੀ। ਫਿਰ ਕੱਲ੍ਹ ਨੂੰ ਮੁਲਾਕਾਤ ਹੋਏਗੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਰਿਪੀਟ ਪ੍ਰੋਗਰਾਮ ਹੋਰ ਵੀ ਅੱਗੇ ਚੱਲਣਗੇ। ਸ਼ਮਾਦਾਨ।